हे परमेश्वर तेरा धन्यवाद, तेरा धन्यवाद, तेरा धन्यवाद, तेरा धन्यवाद मेरे परमेश्वर। तो क्या परमेश्वर ने असीस हाले असीस दित्ती ते क्या ਜਿਹੜੇ ਤੈਨੂੰ ਐਬਰਾਹਿਮ ਤੁੱਛ ਜਾਣਨ ਉਹਨਾਂ ਨੂੰ ਮੈਂ ਉਹਨਾਂ ਨੂੰ ਸਰਾਫ ਦੇਵਾਂਗਾ। ਤੇਰੇ ਕਾਰਨ ਸ੍ਰਿਸ਼ਟੀ ਦੇ ਸਾਰੇ ਘਰਾਣੇ ਬਰਕਤ ਹੋਣਗੇ। ਤੇਰੇ ਕਾਰਨ ਸ੍ਰਿਸ਼ਟੀ ਦੇ ਐਬਰਾਹਿਮ ਸਾਰੇ ਘਰਾਣੇ ਬਰਕਤ ਹੋਣਗੇ। ਹੁਣ ਐਬਰਾਹਿਮ ਦੇ ਕਾਰਨ ਆਪਾਂ ਸਾਰੇ ਬਰਕਤ ਹੋ ਗਏ ਹਾਂ, ਬਰਕਤ ਹੋ ਗਏ ਹਾਂ। ਐਬਰਾਹਿਮ ਦੇ ਘਰਾਣੇ ਅਸੀਂ ਬਰਕਤ ਹੋ ਗਏ ਹਾਂ। ਇਸ ਕਰਕੇ ਭਾਈ ਪ੍ਰਭੂ ਦੀ ਨਾਮ 'ਚ ਤੋਬਾ ਕਰੋ ਤੇ ਐਬਰਾਹਿਮ ਦਾ ਘਰਾਣਾ ਬਣੋ। ਅਸੀਂ ਹੈਗੇ ਹਾਂ ਐਬਰਾਹਿਮ ਦੇ ਘਰਾਣੇ। ਨਿਕਲ ਕੇ ਮੂਰਤੀ ਪੂਜਾ ਵਿੱਚ ਫਸ ਗਏ ਹਾਂ, ਨਿਕਲ ਕੇ ਦੁਸ਼ਟਪੁਣੇ ਵਿੱਚ ਚਲ ਗਏ ਹਾਂ। ਆਪਣੀਆਂ ਆਦਤਾਂ ਨੂੰ ਅਸੀਂ ਸੁਧਾਰੀਏ ਤਾਂ ਅਸੀਂ ਮੁਬਾਰਕ ਹੋਵਾਂਗੇ। ਸੋ ਐਬਰਾਹਿਮ ਜਿਵੇਂ ਜਬੋਹਾ ਐਬਰਾਹਿਮ ਜਿਵੇਂ ਜਬੋਹਾ ਉਹਨੂੰ ਬੋਲਿਆ ਸੀ ਚਲਿਆ ਗਿਆ। ਐਬਰਾਹਿਮ ਚਲਿਆ ਗਿਆ। ਜਿੱਦਾਂ ਪਰਮੇਸ਼ਰ ਨੇ ਕਿਹਾ ਸੀ ਐਬਰਾਹਿਮ ਨੇ ਉੱਦਾਂ ਕੀਤੀ। ਅੱਜ ਸਾਨੂੰ ਪਰਮੇਸ਼ਰ ਜਿੱਦਾਂ ਕਹਿੰਦਾ ਆ ਅਸੀਂ ਉੱਦਾਂ ਹੀ ਕਰਨੀ ਆ। ਹੁਣ ਜਦੋਂ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਸ ਦਿਨ ਮੈਂ ਵਿਵਸਥਾ ਸਾਰ 28 ਨੂੰ ਪੜ੍ਹਿਆ ਨਾ, ਓਏ ਹੋਏ ਹੋਏ, ਉਸ ਦਿਨ ਤੋਂ ਮੇਰੇ ਇੱਦਾਂ ਕੰਨ ਖੁੱਲ ਗਏ ਤੇ ਮੇਰਾ ਖੂਨ ਖੌਲ ਉੱਠਿਆ। ਪਹਿਲਾਂ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ, ਉਸ ਤੋਂ ਪਹਿਲਾਂ ਹਾਲੇਲੂਇਆ ਪਰਮੇਸ਼ਰ ਨੇ ਲੇਵੀਆ 26 ਦੇ ਵਿੱਚ ਵੀ ਪਰਮੇਸ਼ਰ ਨੇ ਸਾਨੂੰ ਬਹੁਤ ਜ਼ਰੂਰੀ ਦੀਆਂ ਨਸੀਹਤਾਂ ਦੱਸੀਆਂ ਆ। ਲੇਵੀਆ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਉੱਥੇ ਆਪਾਂ ਚੱਲੀਏ ਲੇਵੀਆ 26 ਦੇ ਵਿੱਚ। ਧੰਨਵਾਦ ਧੰਨਵਾਦ ਪਰਮੇਸ਼ਰ, ਹਾਲੇਲੂਇਆ। ਪਰਮੇਸ਼ਰ ਨੇ ਕਿਹਾ ਆ ਲੇਵੀਆ 26 ਦੇ ਵਿੱਚ, ਕੱਢ ਲਓ ਚੈਪਟਰ 26, ਤੁਸਾਂ ਆਪਣੇ ਲਈ ਕੋਈ ਠਾਕਰ ਨਾ ਬਣਾਉਣਾ, ਨਾ ਆਪਣੇ ਲਈ ਕੋਈ ਉਕਰੀ ਹੋਈ ਮੂਰਤ ਜਾਂ ਥੰਮ ਖੜਾ ਕਰਨਾ, ਅਤੇ ਨਾ ਆਪਣੇ ਦੇਸ਼ ਵਿੱਚ ਕੋਈ ਪੱਥਰ ਦੀ ਮੂਰਤ ਉਸ ਦੇ ਅੱਗੇ ਨਿਵਾਉਣ ਲਈ ਰੱਖਣੀ, ਕਿਉਂ ਜੋ ਮੈਂ ਯਹੋਵਾ ਤੁਹਾਡਾ ਪਰਮੇਸ਼ਰ ਹਾਂ। ਤੁਹਾਡੇ ਅੰਦਰ ਬੈਠਾ ਆ। ਤੁਸਾਂ ਮੇਰੀਆਂ ਸਬਤਾਂ ਦੀ ਮਨੌਤਾ ਕਰਨੀ ਅਤੇ ਮੇਰੇ ਪਵਿੱਤਰ ਅਸਥਾਨ ਦਾ ਆਦਰ ਕਰਨਾ। ਮੈਂ ਯਹੋਵਾ ਹਾਂ। ਆਇਆ ਉਹਦਾ ਪਵਿੱਤਰ ਅਸਥਾਨ, ਆਇਆ ਪਵਿੱਤਰ ਯਹੋਵਾ ਦਾ, ਆਇਆ ਘਰ, ਆਇਆ ਚਰਚ, ਆਇਆ ਮੰਦਰ, ਆਇਆ ਗੁਰਦੁਆਰਾ। ਇਹ ਆ ਹਰੀ ਦਾ ਮੰਦਰ, ਇਹ ਆ ਮੇਰੇ ਪਰਮੇਸ਼ਰ ਦਾ ਮੰਦਰ ਜਿਹਨੂੰ ਉਹਨੇ ਆਪਣੇ ਹੱਥਾਂ ਦੇ ਨਾਲ ਬਣਾਇਆ। ਹਾਲੇਲੂਇਆ ਹਾਲੇਲੂਇਆ। ਤਾਂ ਫਿਰ ਜੇ ਤੂੰ ਆਖੇ ਨਾ ਲੱਗਾ ਤੇ ਫਿਰ ਤੇਰੇ ਨਾਲ ਕੀ ਬੀਤੂਗੀ। ਹਾਲੇਲੂਇਆ। ਆਪਾਂ ਥੋੜ੍ਹਾ ਜਿਹਾ ਛੱਡ ਕੇ ਇਹ ਆਪੇ ਗਾਂ ਤੁਸੀਂ ਪੜ੍ਹ ਸਕਦੇ ਆ, ਪਰ ਮੈਂ 14 ਤੋਂ 17 ਤੱਕ ਤੁਹਾਡੇ ਅੱਗੇ ਪੜ੍ਹਦੀ ਹਾਂ। ਪਰ ਜੇ ਤੁਸੀਂ ਮੇਰੀ ਨਾ ਸੁਣੋਗੇ, ਉੱਪਰੋਂ ਵੀ ਆਪੇ ਪੜ੍ਹ ਲਿਓ ਤੁਸੀਂ, ਪਰ ਜੇ ਤੁਸੀਂ ਮੇਰੀ ਨਾ ਸੁਣੋਗੇ ਅਤੇ ਇਹਨਾਂ ਆਗਿਆ ਨੂੰ ਨਾ ਮੰਨੋਗੇ ਅਤੇ ਜੇ ਤੁਸੀਂ ਮੇਰੀਆਂ ਵਿਧੀਆਂ ਨੂੰ ਤਿਆਗ ਦਿਓਗੇ, ਜੋ ਤੁਹਾਡੇ ਜੀ ਨੂੰ ਮੇਰੇ ਨਿਆਂ ਮਾੜੇ ਲੱਗਣ। ਜੇ ਤੁਸੀਂ ਆਖੇ ਨਹੀਂ ਲੱਗਦੇ ਪਰਮੇਸ਼ਰ ਦੇ, ਉਹਦਾ ਨਿਆਂ ਕੀਤਾ ਸਾਨੂੰ ਚੰਗਾ ਲੱਗਦਾ, ਅਸੀਂ ਆਪਣੀਆਂ ਮਰਜ਼ੀਆਂ ਕਰਦੇ ਹਾਂ, ਮਾੜੇ ਲੱਗਣ, ਤਾਂ ਇਹੋ ਜਿਹੇ ਜੋ ਤੁਸੀਂ ਮੇਰੇ ਸਭਨਾਂ ਆਗਿਆ ਨੂੰ ਨਾ ਮੰਨੋ, ਸਗੋਂ ਮੇਰੇ ਨੇਮ ਨੂੰ ਭੰਨ ਸੁੱਟੋ, ਮੈਂ ਕੀ ਤੁਹਾਡੇ ਨਾਲ ਇਹ ਕਰਾਂਗਾ। ਮੈਂ ਤੁਹਾਡੇ ਉੱਤੇ ਡਰ, ਖਈ ਰੋਗ ਅਤੇ ਤਾਪ ਅਤੇ ਤੁਹਾਡੀਆਂ ਅੱਖੀਆਂ ਦਾ ਨਾਸ ਜਿਹੜਾ ਕਰੇ ਅਤੇ ਤੁਹਾਡੀਆਂ ਹਿਰਦਿਆਂ ਨੂੰ ਦੁੱਖ ਦੇਵੇ ਠਹਿਰਾਵਾਂਗਾ। ਸੁਣ ਲਓ ਕਿਉਂ ਕਹਿੰਦੇ ਮੈਨੂੰ ਹੀ ਦੁੱਖ ਕਿਉਂ। ਇਹਦੇ ਕਾਰਨ ਸਾਨੂੰ ਪਤਾ ਲੱਗਣੇ ਚਾਹੀਦੇ। ਕਿਉਂ ਜੋ ਤੁਹਾਡੇ ਵੈਰੀ ਉਹਨੂੰ ਖਾਣ। ਹਾਲੇਲੂਇਆ ਹਾਲੇਲੂਇਆ। ਤੁਹਾਡਿਆਂ ਹਿਰਦਿਆਂ ਨੂੰ ਜੋ ਦੁੱਖ ਦੇਵੇ ਠਹਿਰਾਵਾਂਗਾ, ਅਤੇ ਤੁਸੀਂ ਆਪਣੇ ਵਿਅਰਥ ਬੀਜੋਗੇ। ਤੁਹਾਡੀ ਫਸਲ ਆਈ ਨਾ, ਫਸਲ ਟਾਈਮ ਤੇ ਗੜੇ ਪੈ ਗਏ। ਆਈ ਫਸਲ ਤੇ ਹਨੇਰੀ ਆਈ ਤੇ ਰੋਂਦਾ ਬੰਦਾ ਕਹਿੰਦਾ ਓਏ ਹੋਏ ਕਿੰਨੀ ਮਿਹਨਤ ਕੀਤੀ ਸੀ, ਗੜੇ ਪੈ ਗਏ, ਤਬਾਹ ਹੋ ਗਈ ਫਸਲ। ਰੋਂਦਾ ਆ ਨਾ, ਕਾਰਨ ਆ ਕੋਈ। ਤੁਹਾਡੇ ਵੀ
ਬੀ ਵਿਅਰਥ, ਤੁਸੀਂ ਜਿਹੜੇ ਪੇ ਬੀ ਬੀਜੋਗੇ ਵਿਅਰਥ ਬੀਜੋਗੇ, ਕਿਉਂ? ਜੋ ਤੁਹਾਡੇ ਵੈਰੀ ਉਹਨੂੰ ਖਾਣਗੇ। ਅਤੇ ਮੈਂ ਆਪਣਾ ਮੂੰਹ ਤੁਹਾਡੇ ਵਿਰੁੱਧ ਰੱਖਾਂਗਾ, ਮੈਂ ਆਪਣਾ ਮੂੰਹ ਤੁਹਾਡੇ ਵਿਰੁੱਧ ਰੱਖਾਂਗਾ। ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹਨ ਉਹ ਤੁਹਾਡੇ ਉੱਤੇ ਰਾਜ ਕਰਨਗੇ। ਉਹ ਤੁਹਾਡੇ ਉੱਤੇ ਜਿਹੜੇ ਤੁਹਾਨੂੰ ਦਿਸਦੇ ਦੁਨਿਆਵੀ, ਹੁਣ ਦੁਨਿਆਵੀ ਕਹਾਵਤ ਲੈ ਲੈਨੇ ਆ, ਮੋਟੀ ਮੋਟੀ ਗੱਲ, ਵੈਸੇ ਤਾਂ ਸਾਡਾ ਦੁਨਿਆਵੀ ਕੋਈ ਹੈ ਨਹੀਂ, ਆਪਾਂ ਸਮਝ ਚੁੱਕੇ ਹਾਂ, ਪਰ ਐਗਜ਼ਾਮਪਲ ਤੌਰ ਤੇ ਜਿਵੇਂ ਇੱਕ ਐਗਜ਼ਾਮਪਲ ਆ, ਤੁਹਾਡੇ ਵੈਰੀ ਤੁਹਾਨੂੰ ਦੁੱਖ ਦੇਣਗੇ, ਤੁਹਾਡੇ ਤੇ ਰਾਜ ਕਰਨਗੇ, ਕਹਿਣਗੇ ਦੇਖਿਆ ਦੇਖਿਆ, ਤੁਸੀਂ ਉਹਦੇ ਖੁਦ ਨਹੀਂ ਆਖੇ ਲੱਗੇ ਤੇ ਤੁਹਾਡੇ ਤੇ ਇਹ ਕੁਝ ਹੋ ਗਿਆ, ਪਰ ਦੂਜੇ ਕਹਿਣਗੇ ਦੇਖਿਆ ਹੁਣ ਦੁਖੀ ਹੋਇਆ। ਐਦਾਂ ਦੁਖੀ ਬਹੁਤ ਕਰਦੇ ਆ, ਦੇਖਿਆ ਫਲਾਨੇ ਦੇ ਨਾਲ ਹੁਣ ਆ ਹੋਈ, ਦੇਖਿਆ ਫਲਾਨਾ ਦਾ ਕੀ। ਉਹ ਤੂੰ ਕਿਉਂ ਇਹਨਾਂ ਗੱਲਾਂ ਦੇ ਵਿੱਚ ਪਿੱਛੇ ਪੈ ਪੈਣਾ? ਪਰ ਐਦਾਂ ਪਰਮੇਸ਼ਰ ਕਹਿੰਦਾ ਤੁਹਾਡੇ ਵੈਰੀ ਵੀ ਤੁਹਾਡੇ ਤੇ ਉਂਗਲੀਆਂ ਐਦਾਂ ਠਾਉਣਗੇ, ਤੁਹਾਡੇ ਨਾਲ ਵੈਰੀ ਵੀ ਹੋਣਗੇ। ਤੁਸੀਂ ਉਹਨਾਂ ਨਾਲ ਬੁਰਾ ਨਹੀਂ ਕੋਈ ਕੀਤਾ ਹੋਊਗਾ ਤਾਂ ਵੀ ਤੁਹਾਨੂੰ ਉਹ ਇੱਦਾਂ ਕਹਿਣਗੇ, ਉਹ ਵੈਰੀ ਤੁਹਾਡੇ ਤੇ ਰਾਜ ਕਰਨਗੇ। ਭਾਵ ਤੇ ਇੱਥੇ ਸ਼ੈਤਾਨ। ਤੇ ਦੂਜੀ ਗੱਲ ਇਹ ਆ ਕਿ ਵੈਰੀ ਤੁਹਾਡੀ ਫਸਲ ਨੂੰ ਮਾਰ ਗਿਆ, ਸ਼ੈਤਾਨੀ ਤਾਕਤ ਆਈ ਤੁਹਾਡੇ ਤੇ ਰਾਜ ਕਰ ਗਿਆ, ਤੁਹਾਡੀ ਫਸਲ ਨੂੰ ਤਬਾਹ ਕਰ ਗਿਆ, ਤੁਹਾਡੀ ਫਸਲ ਨੂੰ ਨਾ ਛੱਡਿਆ। ਹਾਲੇਲੂਇਆ ਹਾਲੇਲੂਇਆ। ਤੋ ਇਸ ਕਰਕੇ ਹੁਣ ਆਪਾਂ ਵਿਵਸਥਾ ਸਾਰ 28 ਨੂੰ ਪੜ੍ਹਾਂਗੇ, ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਪੜ੍ਹੀ ਸੀ, ਔਰ ਜਿੱਥੋਂ ਤੱਕ ਆਮ ਰੱਬ ਦੇ ਦਾਸਾਂ ਨੇ ਕਿਹਾ ਕਿ ਇੱਥੇ ਤੱਕ ਪੜ੍ਹ ਕੇ ਛੱਡ ਦੇਣੀ, ਬਸ ਉੱਥੇ ਛੱਡਦੀ ਰਹੀ। ਇੱਕ ਦਿਨ ਸੋਚਿਆ ਅੱਗੇ ਵੀ ਪੜ੍ਹਾਂ, ਅੱਗੇ ਪੜ੍ਹੀ ਤੇ ਬੰਦਾ ਬਣ ਗਿਆ, ਰੋਮਟੇ ਖੜੇ ਹੋ ਗਏ, ਇੰਨਾ ਡਰ ਲੱਗਾ। ਤੇ ਜਿੰਨਾ ਚਿਰ ਤੁਸੀਂ ਪੜ੍ਹੋਗੇ ਨਹੀਂ ਗਾਂ ਤੇ ਤੁਹਾਨੂੰ ਸਮਝ ਹੀ ਨਹੀਂ ਆਊਗੀ, ਤੇ ਫਿਰ ਚੱਲੋਗੇ ਕਿੱਦਾਂ? ਇਸ ਕਰਕੇ ਭਾਈ ਇਹ ਨਹੀਂ ਕਿ ਉਹਨੂੰ ਰੋਜ਼ ਰੋਜ਼ ਪੜ੍ਹਨਾ ਆ, ਰੋਜ਼ ਰੋਜ਼ ਤੁਸੀਂ ਆਪਣੀਆਂ ਬਰਕਤਾਂ ਨੂੰ ਪੜ੍ਹਨਾ ਆ, ਰੋਜ਼ ਰੋਜ਼ ਬਰਕਤਾਂ ਨੂੰ ਆਪਣੇ ਅੰਦਰ ਪੱਕਾ ਕਰਨਾ ਆ, ਜ਼ਬਾਨੀ ਕੰਠ ਬਰਕਤਾਂ ਕਰਨੀਆਂ ਆ, ਨਾ ਕਿ ਅਸੀਂ ਦੂਜੇ ਸਰਾਫਾਂ ਨੂੰ ਜ਼ਬਾਨੀ ਕੰਠ ਕਰਨਾ। ਜ਼ਬਾਨੀ ਨਹੀਂ, ਉਹਨਾਂ ਨੂੰ ਪੜ੍ਹ ਕੇ ਸਮਝ ਗਏ ਤੇ ਡਰ ਗਏ, ਬਸ ਖਤਮ, ਲੋਕ ਲਾਤਾ, ਖਤਮ ਹੋ। ਪਰ ਅੱਜ ਸਮਝਣ ਦੇ ਲਈ, ਤੁਸੀਂ ਵੀ ਸਮਝਣ ਲਈ ਪੜ੍ਹਨੇ ਆ। ਚੇਤਾ ਭੁੱਲ ਜਾਏ ਫਿਰ ਪੜ੍ਹ ਲਓ, ਜੇ ਢੀਠ ਹੋ ਗਏ ਆ ਫਿਰ ਉੱਦਾਂ ਦੇ ਕੰਮ ਕਰਦੇ ਆ ਤਾਂ ਫਿਰ ਪੜ੍ਹੋ, ਨਵੇਂ ਤਾਜ਼ੇ ਤੁਹਾਡੇ ਦਿਮਾਗ ਦੇ ਵਿੱਚ ਫੇਰ ਆ ਜਾਣ ਤੇ ਹਾਂ ਇਹ ਇੱਦਾਂ ਕੀਤਾ ਤਾਂ ਇੱਦਾਂ ਹੋ ਜਾਣੀ ਆ। ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਪੜ੍ਹੀਏ। ਲੈ ਆਓ ਵਿਵਸਥਾ ਸਾਰ 28, ਵਿਵਸਥਾ ਸਾਰ 28, ਪਰਮੇਸ਼ਰ ਦੇ ਮੰਨਣ ਵਾਲਿਆਂ ਦੀਆਂ ਬਰਕਤਾਂ ਅਤੇ ਪਰਮੇਸ਼ਰ ਤੋਂ ਬੇਮੁਖ ਹੋਣ ਦੇ ਸਰਾਫ। ਸਮਝ ਲਿਓ। ਹਾਲੇਲੂਇਆ। ਤਾਂ ਇਉਂ ਹੋਵੇਗਾ ਜੇ ਤੁਸੀਂ ਜੋ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਨਾ ਕਰੋ। ਤੁਸੀਂ ਮਨ ਲਾ ਕੇ ਗੱਲ ਨੂੰ ਸੁਣ ਵੀ ਲਿਆ ਪਰ ਮੰਨਿਆ ਹੀ ਨਹੀਂ, ਕਿਹਾ ਸੁਣ ਲਈ ਆ ਪਰ ਮੰਨੀ ਨਹੀਂ, ਉਹਦੇ ਤੇ ਚੱਲੇ ਹੀ ਨਹੀਂ, ਤੇ ਫਿਰ ਕੀ ਹੋਊਗਾ? ਜੋ ਪਰਮੇਸ਼ਰ ਕਹਿੰਦਾ, ਜੋ ਅੱਜ ਤੁਹਾਨੂੰ ਮੈਂ ਹੁਕਮ ਦਿੰਦਾ ਹਾਂ, ਕਮਾਂਡਮੈਂਟ ਆ, ਪਰਮੇਸ਼ਰ ਦੀ ਕਮਾਂਡਮੈਂਟ ਆ, ਹੁਕਮ ਆ, ਅਦੂਲੀ ਨਹੀਂ ਕਰ ਸਕਦੇ। ਹੁਕਮ ਦਿੰਦਾ ਹਾਂ, ਅੱਜ ਹੁਕਮ ਦਿੰਦਾ ਹਾਂ ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੂਗਾ ਜੇ ਤੁਸੀਂ ਉਹਦੇ ਆਖੇ ਲੱਗੋਗੇ। ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵੈਰ, ਵਿਰੋਧ, ਤ੍ਰਿਸ਼ਨਾ, ਚੋਰੀ, ਯਾਰੀ, ਬਖੀਲੀ, ਈਰਖਾ ਅਧੀਨ ਹੋ ਜਾਣਗੇ ਤੁਹਾਡੇ ਸਾਰੇ। ਤੁਸੀਂ ਇਹਨਾਂ ਦੇ ਉੱਤੇ ਰਾਜ ਕਰੋਗੇ। ਇੱਕ ਵੀ ਤੁਹਾਡੇ ਹਾਵੀ ਨਹੀਂ ਹੋਣਗੀਆਂ ਵੀ ਜਦੋਂ ਮਰਜੀ ਕ੍ਰੋਧ ਆ ਗਿਆ ਗਾਲਾਂ ਕੱਢਣ ਲੱਗ ਪਏ, ਜਦੋਂ ਮਰਜੀ ਕਿਸੇ ਨੂੰ ਬੁਰਾ ਕਹਿਣ ਲੱਗ ਗਏ, ਜਦੋਂ ਮਰਜੀ ਕਿਸੇ ਦੀਆਂ ਚੁਗਲੀਆਂ ਕਰਨ ਲੱਗ ਗਏ, ਜਦੋਂ ਮਰਜੀ ਗੰਦਗੀ ਟੀਵੀ ਤੇ ਦੇਖਣ ਲੱਗ ਗਏ, ਜਦੋਂ ਮਰਜੀ ਤੁਸੀਂ ਆਪਣੀਆਂ ਮਰਜ਼ੀਆਂ। ਨਹੀਂ ਹੋਊਗਾ ਫਿਰ ਕਦੀ ਇੱਦਾਂ, ਕਿਉਂਕਿ ਤੁਹਾਡਾ ਰਾਜ ਇਹਨਾਂ ਤੇ ਹੋ ਗਿਆ, ਇਹ ਅਧੀਨ ਹੋ ਗਿਆ। ਜੋ ਤੁਸੀਂ ਕਹੋਗੇ ਪਰਮੇਸ਼ਰ ਕਹੂਗਾ ਉਹ ਹੋਊਗਾ। ਹੁਣ ਇੱਥੇ ਪਰਮੇਸ਼ਰ ਬੈਠ ਕੇ ਆਇਆ, ਹੁਣ ਪਰਮੇਸ਼ਰ ਦੇ ਦੂਤਾਂ ਦਾ ਰਾਜ ਇੱਥੇ ਹੋ ਗਿਆ। ਇੱਥੇ ਦੂਤ ਨੇਚਾ, ਪ੍ਰੇਮ ਦਾ, ਸਤ ਸੰਤੋਖ ਦਾ, ਧਰਮ, ਧੀਰਜ ਦਾ, ਅਕਲ, ਮਤ, ਬੁੱਧ ਦਾ ਰਾਜ ਹੋ ਗਿਆ। ਹੁਣ ਕਿੱਦਾਂ?
ਇਹਨਾਂ ਰਾਜਿਆਂ ਦੇ ਅੰਦਰ ਜਿਹੜੇ ਜਿਹੜੇ ਪਰਮੇਸ਼ਰ ਨੂੰ ਮੰਨਣ ਵਾਲੇ ਰਾਜੇ ਆ ਉਹ ਮੁਲਕ ਸੁਖ ਉਹਨਾਂ ਦੀ ਪ੍ਰਜਾ ਸੁਖੀ ਆ, ਤੇ ਜਿਹੜੇ ਰਾਜੇ ਪਰਮੇਸ਼ਰ ਨੂੰ ਨਹੀਂ ਸੱਚੀ ਯਿਸੂ ਮਸੀਹ ਨੂੰ ਮੰਨਦੇ ਉਹ ਕਿੰਨੇ ਦੁਖੀ ਆ। ਇਹ ਤੁਸੀਂ ਜੱਜ ਕਰ ਲਓ ਆਪੇ ਹੀ। ਭਾਵੇਂ ਕਿੰਨੇ ਲੰਗਰ ਲਾ ਲੈਣ, ਭਾਵੇਂ ਕਿੰਨੇ ਦਾਨ ਪੁੰਨ ਕਰ ਲੈਣ, ਭਾਵੇਂ ਕਿੰਨੇ ਹਸਪੀਟਲ ਖੋਲ ਲੈਣ, ਪਰ ਸਟਿਲ ਦੁਖੀ ਆ ਕਿਉਂਕਿ ਉਹਨਾਂ ਦੇ ਰਾਜੇ ਪਰਮੇਸ਼ਰ ਯਿਸੂ ਮਸੀਹ ਨੂੰ ਨਹੀਂ ਮੰਨਦੇ। ਪਰਮੇਸ਼ਰ ਜੀਵੋਂ ਦੇ ਅੱਗੇ ਨਹੀਂ ਝੁਕਦੇ ਤਾਂ ਕਿ ਉਹ ਆਪਣੀਆਂ ਮੂਰਤੀਆਂ ਦੇ ਅੱਗੇ ਝੁਕਦੇ ਆ। ਦੂਜੇ ਖਿਆਲ ਜਿਹੜੇ ਉਹਨਾਂ ਦੇ ਵਿੱਚ ਪ੍ਰਬਲ ਆ ਤੇ ਜਿਹੜਾ ਅੰਦਰ ਬੈਠਾ ਆ ਉਹਦੇ ਨਾਲ ਲਿੰਕ ਨਹੀਂ ਜੋੜਦੇ। ਜਿਹੜੇ ਉਹ ਰਾਜੇ ਆ ਜਿਹੜੇ ਯਿਸੂ ਮਸੀਹ ਨੂੰ ਨਹੀਂ ਮੰਨਦੇ ਪਰਮੇਸ਼ਰ ਦਾ ਪੁੱਤਰ, ਫਿਰ ਉਹਨਾਂ ਦੀ ਹਾਲਤ ਉਹਨਾਂ ਮੁਲਕਾਂ ਦੀ ਤੁਸੀਂ ਦੇਖੋ ਕੀ ਆ। ਪਰ ਜਿਹੜੇ ਮੰਨਦੇ ਆ ਰਾਜੇ ਤੇ ਉਹ ਪ੍ਰਜਾ ਨੂੰ ਕਿੰਨਾ ਸੁੱਖ ਦੇ ਰਹੇ ਆ। ਬਾਹਰ ਦੇ ਮੁਲਕਾਂ ਨੂੰ ਲੋਕੀ ਤਰਸਦੇ ਆ, ਆਉਣ ਲਈ ਤਰਸਦੇ ਆ। ਕਿਸੇ ਤਰ੍ਹਾਂ ਪੈਸਾ ਲੱਗ ਕੇ ਕਿੱਦਾਂ ਤੋਂ ਕਿੱਦਾਂ ਅਸੀਂ ਚਲੇ ਜਾਈਏ, ਅਸੀਂ ਬਾਹਰ ਚਲੇ ਜਾਈਏ। ਹਰ ਇੱਕ ਕਹਿੰਦਾ ਉੱਡ ਜਾਈਏ ਬਾਹਰ ਦੇ ਮੁਲਕ ਨੂੰ, ਪਰ ਆਣ ਕੇ ਕਹਿੰਦੇ ਨਾ ਜੀ ਸਾਡਾ ਧਰਮ ਤਾਂ ਬਹੁਤ ਹੀ ਉੱਚਾ ਆ। ਸਾਰੇ ਧਰਮ ਚੰਗੇ ਆ, ਉੱਚੇ ਆ, ਬੁਰਾ ਨਹੀਂ ਕੋਈ, ਮੈਂ ਨਹੀਂ ਕਹਿ ਰਹੀ, ਪਰ ਸਾਰਿਆਂ ਧਰਮਾਂ ਨੂੰ ਚਲਾਉਣ ਵਾਲਾ ਇੱਕ ਪਰਮੇਸ਼ਰ ਤੇ ਪਰਮੇਸ਼ਰ ਦਾ ਪੁੱਤਰ ਆ। ਉਹਨੂੰ ਨਫ਼ਰਤ ਕਿਉਂ ਕਰਦੇ ਆ? ਫਿਰ ਉਹਨੂੰ ਨਫ਼ਰਤ ਕਿਉਂ ਕਰਦੇ ਆ? ਉਹਨੂੰ ਨਫ਼ਰਤ ਕਰਦੇ ਆ। ਇਹ ਸੱਚਾਈ ਆ, ਇਹ ਸੱਚਾਈ ਆ। ਪਰ ਉਹਦੇ ਜਿਹੜੇ ਉਹਨੂੰ ਮੰਨਣ ਵਾਲੇ ਆ ਰਾਜੇ, ਉਹਨਾਂ ਦੇ ਮੁਲਕਾਂ ਨੂੰ ਤਰਸਦੇ ਆ ਜਾਣ ਨੂੰ। ਜਦੋਂ ਯਿਸੂ ਮਸੀਹ ਦੇ ਹੁਕਮਾਂ ਅਨੁਸਾਰ ਕੋਈ ਤੁਹਾਨੂੰ ਚੈੱਕ ਭੇਜਦਾ ਘਰ, ਫਟਾਫਟ ਉਹ ਤਾਂ ਬੜੀ ਛੇਤੀ ਤੜਾ ਕੇ ਆਪਣਾ ਰਾਸ਼ਨ ਲੈਣ ਜਾਂਦੇ ਆ। ਹਸਪੀਟਲਾਂ ਦੇ ਵਿੱਚ ਫ੍ਰੀ ਇਲਾਜ ਹੁੰਦੇ ਆ, ਬੜੀ ਘਰ 'ਚ ਦਵਾਈਆਂ ਬੈਠਿਆਂ ਨੂੰ ਆ ਜਾਂਦੀਆਂ ਆ, ਡੋਰ ਕਰਕੇ ਅਗਲੇ ਦਵਾਈ ਘਰ ਮੁਫਤ ਲਈ ਫੜਾ ਕੇ ਜਾਂਦੇ ਆ। ਸਾਨੂੰ ਸ਼ਰਮ ਆਉਣੀ ਚਾਹੀਦੀ ਆ। ਅਸੀਂ ਉਸ ਪਰਮੇਸ਼ਰ ਨੂੰ ਫਿਰ ਕਹੀਏ ਕਿ ਕਿਹੜਾ ਪਰਮੇਸ਼ਰ ਯਿਸੂ, ਕਿਹੜਾ ਪਰਮੇਸ਼ਰ ਯਿਸੂ? ਸਾਨੂੰ ਤਾਂ ਪਤਾ ਨਹੀਂ, ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਨਹੀਂ ਸੁਣਿਆ। ਤੂੰ ਕਿੱਥੇ ਆਪਣਾ ਧਰਮ ਹੁਣ ਛੱਡ ਕੇ ਤੇ ਯਿਸੂ ਮਸੀਹ ਨੂੰ ਮੰਨ ਲਿਆ? ਤੂੰ ਕਿਉਂ ਯਿਸੂ ਮਸੀਹ ਨੂੰ? ਤੂੰ ਹੱਦ ਹੋ ਗਈ। ਉਹ ਜਿਹਦੇ ਰਾਜ ਦੇ ਥੱਲੇ ਸਾਰੇ ਸੁੱਖ ਮਾਣਦੇ ਫਿਰਦੇ ਆ ਤੁਸੀਂ, ਹੈਂ? ਥੱਬਿਆਂ ਦੇ ਥੱਬੇ ਆਉਂਦੇ ਆ ਤਾਂ ਵਰਤਦੇ ਆ, ਸਹੂਲਤਾਂ ਵਰਤਦੇ ਆ ਔਰ ਤਰਲੇ ਕਰਦੇ ਉਹਨਾਂ ਮੁਲਕਾਂ 'ਚ ਰਹਿਣ ਲਈ ਜਿੱਥੇ ਉਸ ਮਸੀਹ ਦਾ ਰਾਜ ਉਹਨਾਂ ਰਾਜਿਆਂ ਦੇ ਵਿੱਚ ਹਕੂਮਤ ਕਰਦਾ ਆ। ਉਹ ਰਾਜੇ ਡਰ ਕੇ ਇਹ ਕੰਮ ਕਰਦੇ ਆ, ਡਰਦੇ। ਉਹਨਾਂ ਦੇ ਅੰਦਰ ਪਰਮੇਸ਼ਰ ਦਾ ਭੈ ਆ ਤਾਂ ਉਹ ਆਪਣੀ ਪ੍ਰਜਾ ਨੂੰ ਸੁੱਖ ਦਿੰਦੇ ਆ, ਉਹ ਵਿਧਵਾ ਨੂੰ ਸੁੱਖ ਦਿੰਦੇ ਆ, ਉਹ ਬੱਚਿਆਂ ਨੂੰ ਸੁੱਖ ਦਿੰਦੇ ਆ, ਉਹ ਅਧੀਨਾਂ ਨੂੰ ਸੁੱਖ ਦਿੰਦੇ ਆ। ਤਾਂ ਤੇ ਜਿਹੜੇ ਰਾਜੇ ਨਹੀਂ ਮੰਨਦੇ ਉਹ ਕਿੰਨਾ ਦੁੱਖ ਤਸੀਹੇ ਆਪਣੀ ਪ੍ਰਜਾ ਨੂੰ ਤੇ ਵਿਧਵਾ ਨੂੰ ਤੇ ਅਧੀਨਾਂ ਨੂੰ ਵੱਡੀ ਖਾਈ ਜਾ ਰਹੇ, ਚੁੱਕੀ ਲਿਜਾ ਰਹੇ, ਬੱਚਿਆਂ ਨੂੰ ਵੇਚੀ ਜਾ ਰਹੇ, ਉਹਨਾਂ ਬੱਚਿਆਂ ਨੂੰ। ਇੱਥੋਂ ਅੰਦਾਜ਼ਾ ਲੈ ਲਓ, ਲਾ ਲਓ ਸੱਚੇ ਰੱਬ ਦੀਆਂ ਹਕੂਮਤਾਂ ਜਿੱਥੇ ਚੱਲਦੀਆਂ ਸੱਚੀ ਮੁੱਚੀ, ਉੱਥੇ ਕਿੰਨੀ ਸੱਚਾਈ ਵਰਤ ਰਹੀ ਆ, ਅਸੀਂ ਸਮਝ ਲਈਏ। ਤਾਂ ਇੱਥੇ ਪਰਮੇਸ਼ਰ ਜੀ ਕਹਿੰਦੇ ਆ ਜੇ ਓਕੇ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੂਗਾ ਜੇ ਤੁਸੀਂ ਮੇਰੇ ਤੇ ਆਖੇ ਲੱਗੋਗੇ, ਹੈ ਨਾ। ਜੇ ਤੁਸੀਂ ਜੋ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਪਿੱਛੇ ਪੈ ਕੇ ਮਿਲੀਆਂ ਇਜ਼ਰਾਈਲੀਆਂ ਨੂੰ, ਉਹ ਆਪਾਂ ਇੱਕ ਹੋਰ ਸੈਸ਼ਨ 'ਚ ਗੱਲ ਕਰਾਂਗੇ। ਪਿੱਛੇ ਪੈ ਕੇ ਮਿਲੀਆਂ ਕਿਹਦੇ ਥਰੂ? ਜਦੋਂ ਮੁਆਬ ਰਾਜੇ ਨੇ ਸੱਦਿਆ ਸੀ ਕਿ ਆ ਕੇ ਮੁਆਬ ਦਾ ਰਾਜਾ ਬਲਾਕ ਕਿ ਆ ਬਲਾਮ ਨੂੰ ਤੈਨੂੰ ਬੜਾ ਪਰਮੇਸ਼ਰ ਨੇ ਦਾਤ ਦਿੱਤੀ ਆ ਕਿ ਜਿਹਨੂੰ ਸਰਾਪ ਦੇਣਾ ਉਹ ਸਰਾਫੀ ਹੋ ਜਾਂਦਾ, ਜਿਹਨੂੰ ਆਸ਼ੀਰਵਾਦ ਦੇਵੇਂ ਉਹ ਆਸ਼ੀਰਵਾਦ ਉਹਨੂੰ ਮਿਲਦੀ ਆ। ਤੇ ਫਿਰ ਹੋਇਆ ਕੀ? ਏਡਾ ਵਿਦਵਾਨ ਪਰਮੇਸ਼ਰ ਨੇ ਜਿਹੜਾ ਖੁੱਲੀਆਂ ਅੱਖਾਂ ਨਾਲ ਪਰਮੇਸ਼ਰ ਦੇ ਦਰਸ਼ਨ ਕਰਦਾ ਸੀ, ਬਲਾਮ, ਤੇ ਬਲਾਕ ਰਾਜੇ ਤੋਂ ਖਰਚੇ ਕਰਵਾ ਕੇ ਸਾਰਾ ਕੁਝ ਕਰਵਾ ਕੇ ਕੀ ਹੋਇਆ? ਇਜ਼ਰਾਈਲੀਆਂ ਨੂੰ ਸੀਸ ਕਿੱਦਾਂ ਮਿਲੀ ਜਿਨ੍ਹਾਂ ਨੂੰ ਪਤਾ ਵੀ ਨਹੀਂ ਵੀ ਸਾਨੂੰ ਕੌਣ ਆਸ਼ੀਰਵਾਦ ਦੇ ਰਿਹਾ। ਤੇ ਉਹਨਾਂ ਨੂੰ ਕਰਨ ਵਾਲਿਆਂ ਨੂੰ ਜਿਨ੍ਹਾਂ ਨੇ ਏਡੇ ਜਗਵੇਦੀਆਂ ਬਣਾਈਆਂ ਤੇ 7-7 ਬੱਕਰੇ ਚੜਾਏ, 7-7 ਵੈੜ ਕੇ ਚੜਾਏ ਤੇ ਇੰਨੀਆਂ ਸੁਗੰਧੀਆਂ ਚੜਾਈਆਂ, ਤੇ ਉਹਨਾਂ ਨੂੰ ਕੀ ਮਿਲਿਆ? ਸਰਾਫ। ਪਰਮੇਸ਼ਰ ਪੱਖਪਾਤ ਨਹੀਂ ਕਰਦਾ ਕਿਸੇ ਦਾ। ਪਰਮੇਸ਼ਰ ਤਾਂ ਨਿਰਮ
ਤੇ ਨਰਮ ਹਿਰਦਿਆਂ ਨੂੰ, ਸੱਚੇ ਸੁੱਚੇ ਹਿਰਦਿਆਂ ਤੇ ਡੇਰਾ ਲਾਉਂਦਾ ਆ। ਸੱਚਾਈ ਬੋਲਣ ਵਾਲਿਆਂ ਨੂੰ ਉਹ ਭਰ ਭਰ ਕੇ ਖਜ਼ਾਨੇ ਖੋਲ ਦਿੰਦਾ, ਕੁੰਜੀਆਂ ਦਿੰਦਾ। ਖੋਲ, ਵੰਡੋ 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 ਵੰਡੋ, ਥੱਕੋ ਨਾ ਵੰਡੋ। ਇਹ ਲੰਬੀ ਵਾਰਤਾ ਆਪਾਂ ਫਿਰ ਦੂਸਰੇ ਦਿਨ 'ਚ ਕਰਾਂਗੇ। ਆਪਾਂ ਅੱਜ ਆਹ ਜ਼ਰੂਰੀ ਕਰ ਲਈਏ, ਬਹੁਤ ਜ਼ਰੂਰੀ ਆ। ਬਾਕੀ ਤੁਸੀਂ ਇਹਨੂੰ ਬਹਿ ਕੇ ਸਾਰੇ ਨੂੰ ਪੜ੍ਹ ਲੈਣਾ, ਪਰ ਇਹ ਹੁਣ ਆਪਾਂ ਅੱਜ ਪੜ੍ਹ ਕੇ ਵੀ ਜ਼ਰੂਰ ਸੁਣਾਉਣਾ ਆ ਕਿ ਥੋੜ੍ਹੇ ਜਿਹੇ ਕੰਨ ਸਵਾਰ ਕੇ ਜ਼ਿਆਦਾ ਖੁੱਲ੍ਹ ਜਾਣ। ਤਾਂ ਪਰਮੇਸ਼ਰ ਨੇ ਕਿਹਾ, ਮੈਂ ਉਹ ਤੁਹਾਨੂੰ ਬਰਕਤਾਂ ਜਿਹੜੀਆਂ ਤੁਹਾਡੇ ਪਿੱਛੇ ਪੈ ਪੈ ਕੇ ਤੁਹਾਨੂੰ ਮਿਲਣਗੀਆਂ, ਸਗੋਂ ਤੁਸੀਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ, ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ, ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਭਾਵ ਕਿ ਸਾਡੇ ਬੱਚੇ, ਸਰੀਰ ਦਾ ਫਲ ਸਾਡੇ ਬੱਚੇ, ਓਕੇ। ਖੇਤ ਵਿੱਚ ਭਾਵ ਕਿ ਸਾਡੀਆਂ ਫਸਲਾਂ, ਓਕੇ। ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰਾਂ ਦਾ ਫਲ, ਤੁਹਾਡੇ ਚੌਣੇ ਦਾ ਵਾਧਾ, ਤੁਹਾਡੇ ਇੱਜੜ ਦੇ ਬੱਚੇ। ਮੁਬਾਰਕ ਹੋਵੇਗੀ ਤੁਹਾਡੀ ਖਾਰੀ, ਤੁਹਾਡਾ ਪਰਾਤੜਾ, ਹੈ। ਕਦੀ ਆਟਾ ਨਾ ਮੁੱਕੂਗਾ, ਭਾਵ ਕਿ ਕਦੀ ਆਟਾ ਨਾ ਮੁੱਕੂਗਾ, ਕਦੀ ਖਜ਼ਾਨਾ ਖਾਲੀ ਨਹੀਂ ਹੋਊਗਾ, ਤੁਸੀਂ ਵੰਡਣ ਵਾਲੇ ਹੋਵੋਗੇ, ਓਕੇ। ਇਹਦਾ ਮਤਲਬ ਇਹ ਆ, ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ, ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ, ਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ। ਕਿਤੇ ਜਾਓਗੇ ਸੈਰ ਕਰਨ ਦੂਜੇ ਮੁਲਕ ਨੂੰ, ਮੁਬਾਰਕ ਹੋਵੋਗੇ ਉੱਥੇ ਵੀ। ਆਪਣੇ ਮੁਲਕ ਨੂੰ ਮੁੜ ਕੇ ਆਓਗੇ, ਫਿਰ ਮੁਬਾਰਕ ਹੋਵੋਗੇ। ਜਾਣ ਦੀ ਵੀ ਖੁਸ਼ੀ ਹੋਊਗੀ, ਆਉਣ ਦੀ ਵੀ ਖੁਸ਼ੀ ਹੋਊਗੀ। ਨਾ ਰੋਂਦੇ ਜਾਓਗੇ ਤੇ ਨਾ ਰੋਂਦੇ ਆਓਗੇ, ਹੱਸਦੇ ਜਾਓਗੇ ਤੇ ਹੱਸਦੇ ਆਓਗੇ, ਹੈਂ। ਅੱਛਾ, ਫਿਰ ਪਰਮੇਸ਼ਰ ਕਹਿੰਦਾ, ਮੁਬਾਰਕ ਇਹ ਹਾਲੇਲੂਇਆ, ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ, ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ। ਜੋ ਤੁਹਾਡੇ ਵੈਰੀਆਂ ਨੂੰ, ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ, ਤੁਹਾਡੇ ਅੱਗੋਂ ਮਰਵਾ ਸੁੱਟੇਗਾ। ਹੁਣ ਅਸੀਂ ਦੁਨੀਆ ਦੇ ਲੋਕਾਂ ਨੂੰ ਨਹੀਂ ਵੈਰੀ ਸਮਝਣਾ। ਇੱਥੇ ਅੰਦਰ ਸਾਡੇ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਹੰਕਾਰ ਨੂੰ, ਵੈਰ ਨੂੰ, ਵਿਰੋਧ ਨੂੰ, ਤਿਸਨਾ, ਚੋਰੀ, ਜਾਰੀ, ਬਖੀਲੀ, ਜਲਸ ਨੂੰ ਮਰਵਾ ਸੁੱਟੂਗਾ। ਓਏ ਮਰਵਾ ਸੁੱਟੂਗਾ। ਜਦੋਂ ਉਹਦੀ ਅਸੀਂ ਆਖੀ ਲੱਗਾਂਗੇ, ਅਸੀਂ ਸ਼ਾਂਤੀ ਹੋ ਜਾਵਾਂਗੇ, ਅਸੀਂ ਆਨੰਦ ਨਾਲ ਭਰ ਜਾਵਾਂਗੇ। ਤੇ ਫਿਰ ਜਦੋਂ ਸਾਡੇ ਅੰਦਰੋਂ ਹੀ ਮਰ ਗਿਆ ਤੇ ਸਾਡਾ ਬਾਹਰ ਵੈਰੀ ਫਿਰ ਕੌਣ ਰਿਹਾ? ਅਸੀਂ ਬਾਹਰ ਦੀ ਉਂਗਲ ਕਰਨੀ ਹੀ ਨਹੀਂ। ਆਪਾਂ ਨੂੰ ਹੁਕਮ ਨਹੀਂ ਦਿੱਤਾ ਪਰਮੇਸ਼ਰ ਨੇ ਬਾਹਰ 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 ਦੀਆਂ ਚੀਜ਼ਾਂ ਆਪਾਂ ਇਕੱਠੀਆਂ ਕਰਨੀਆਂ ਹੀ ਨਹੀਂ। ਬਥੇਰਾ ਪਰਮੇਸ਼ਰ ਨੂੰ ਹੋਰ ਕੋਈ ਹੋਰ ਦੱਸ ਸਕਦਾ ਬਾਹਰ ਦੀਆਂ ਗੱਲਾਂ। ਇਹ ਅੰਦਰ ਦੀਆਂ ਗੱਲਾਂ 'ਚ ਆਪਾਂ ਨੂੰ ਲੈ ਕੇ ਜਾਂਦਾ। ਆਪਾਂ ਜਦੋਂ ਅੰਦਰੋਂ ਸੁਖੀ ਹੋ ਗਏ, ਅਸੀਂ ਸੁਖੀ ਉਦੋਂ ਹੋਣਾ, ਅਸੀਂ ਬਾਹਰੋਂ ਸੁਖੀ ਕਦੀ ਵੀ ਨਹੀਂ ਹੋਣਾ। ਜਿਨ ਕੇ ਪੱਲੇ ਧਨ ਵਸੇ ਤਿਨ ਕਾ ਨਾਉ ਪਖੀਰ, ਜਿਨ ਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀਰ। ਭਾਵੇਂ ਕਰੋੜਾਂ ਪਤੀ ਬਾਹਰ ਬਣ ਜਾਓ ਦੁਖੀ, ਸੂਲੀ ਤੇ ਟੰਗੇ, ਅੰਦਰੋਂ ਜਿੰਨਾ ਚਿਕਰ ਸੁਖੀ ਨਾ ਹੋਏ, ਅੰਦਰੋਂ ਪਰਮੇਸ਼ਰ ਦਾ ਧਨ ਇਕੱਠਾ ਨਾ ਹੋਇਆ, ਸੁਖੀ ਨਹੀਂ ਉਹਨਾਂ ਚਿਕਰ ਹੋ ਸਕਣਾ। ਜਿੰਨਾ ਚਿਕਰ ਅੰਦਰ ਦਾ ਧਨ ਇਕੱਠਾ ਨਾ ਹੋਇਆ, ਬਾਹਰੋਂ ਮੰਗਤੇ ਬਣੇ ਰਹੋਗੇ। ਭਾਵੇਂ ਤੁਸੀਂ ਕਿੰਨੇ ਧਨੀ ਵੀ ਹੋ ਗਏ, ਤਾਂ ਵੀ ਸੋਚੋਗੇ ਇਹਦੇ ਕੋਲੋਂ ਵੀ ਮੰਗ ਕੇ ਕੁਛ ਮਿਲ ਜਾਏ, ਇਹਦਾ ਵੀ ਖਾ ਕੇ ਕੁਛ ਮਿਲ ਜਾਏ, ਇਹਦੀ ਜ਼ਮੀਨ ਮਾਰ ਲਾਂ ਕੁਛ ਮਿਲ ਜਾਏ, ਇਹ ਤੋਂ ਉਧਾਰੇ ਪੈਸੇ ਮੰਗੇ ਆ ਤਾਂ ਹੁਣ ਮੁੱਕਰ ਗਿਆ, ਦੇਣੇ ਹੀ ਨਹੀਂ, ਉਹਦੇ ਨਾਲ ਗੱਲ ਹੀ ਕਰਨੀ ਹਟ ਜਾਓ। ਮਿਹਨਤ ਕਰਕੇ ਉਧਾਰੇ ਲੈ, ਮੁੜ ਕੇ ਗੱਲਬਾਤ ਹੀ ਕਰਨੀ ਛੱਡ ਦਿਓ। ਉਹਨਾਂ ਬੰਦਿਆਂ ਨੂੰ ਭੁੱਲ ਜਾਓ, ਦੇਖਣਾ ਨਾ ਮੰਗੋ। ਫਿਰ ਤੇਰੇ ਤੇ ਆਹ ਜਿਹੀਆਂ ਗੱਲਾਂ ਹੋਣਗੀਆਂ। ਇਹਨਾਂ ਤੋਂ ਤੂੰ ਬਚੇਗਾ ਉਦੋਂ ਜਦੋਂ ਤੇਰੇ ਅੰਦਰ ਤੇਰੇ ਪ੍ਰੇਮੀ ਮਿੱਤਰ ਰੱਬ ਦੀਆਂ ਦਾਤਾਂ, ਨੇਚਾ, ਪ੍ਰੇਮ, ਸ਼ਾਂਤੀ, ਅਕਲ, ਮਤ, ਬੁੱਧ ਹੋਣਗੇ ਤੇ ਪਰਮੇਸ਼ਰ ਦਾ ਰਾਜ ਤੇਰੇ ਅੰਦਰ ਹੋਊਗਾ। ਫਿਰ ਤੂੰ ਕਦੀ ਵੀ ਇਦਾਂ ਨਹੀਂ ਕਰੇਗਾ। ਫਿਰ ਕਿਸੇ ਦੇ ਵਿਹੜੇ 'ਚੋਂ ਕੱਖ ਵੀ ਚੱਕ ਲਏਗਾ ਤੇ ਤੂੰ ਕਹੇਗਾ ਬਈ ਨਹੀਂ ਉਹ ਭਰਾਵਾ ਮੈਂ ਨਹੀਂ ਇਹ ਚੱਕਣਾ, ਇਹ ਫਲਾਨੇ ਦਾ ਬਿਲੋਂਗ ਕਰਦਾ, ਇਹ ਉਹਦੇ ਵਿਹੜੇ ਦਾ ਆ। ਇੱਕ ਤੀਲ ਡੱਬੀ ਦੀ ਵੀ ਲਈ ਆ ਬਾਲਣ ਨੂੰ, ਨਹੀਂ 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 ਇਹ ਮੇਰੀ ਨਹੀਂ, ਇਹ ਫਲਾਨੇ ਦੀ ਆ, ਇਹ ਮੇਰੀ ਨਹੀਂ। ਤੇ ਜੇ ਨਹੀਂ ਤਾਂ ਫਿਰ ਤੂੰ ਏਦਾਂ ਮੁੱਕਰੇਂਗਾ। ਜੇ ਤੂੰ ਰੱਬ ਦਾ ਨਹੀਂ ਤਾਂ ਫਿਰ ਤੂੰ ਮੁੱਕਰੇਂਗਾ, ਫਿਰ ਤੂੰ ਆਹ ਕੁਛ ਕਰੇਂਗਾ ਤੇ ਦੁੱਖ ਪਾਵੇਂਗਾ। ਇਸ ਤਰ੍ਹਾਂ ਪਰਮੇਸ਼ਰ ਕਹਿੰਦਾ ਜਿਹੜੇ ਤੁਹਾਡੇ ਵੈਰੀ ਆ ਉਹ ਤੁਹਾਡੇ ਅੰਦਰ ਬੈਠੇ ਆ, ਤੁਹਾਨੂੰ ਮੁਕਰਾਉਂਦੇ ਆ, ਤੁਹਾਡੇ ਨਾਲ ਬੁਰਾ ਕੰਮ, ਉਹ ਜਿਹੜੇ ਇਹਨਾਂ ਵੈਰੀਆਂ ਨੂੰ ਮੈਂ ਮਾਰ ਸਿੱਟੂੰਗਾ। ਭਾਵ ਕਿ ਜਿਹੜੇ ਤੇਰੇ ਅੰਦਰ ਵੈਰੀ ਤੇ ਤੂੰ ਬੁਰੇ ਕੰਮ ਕਰਾਉਂਦੇ ਸੀ ਨਾ, ਤੂੰ ਤਾਂ ਬੁਰਾ ਨਹੀਂ ਸੀ ਕਰਾਉਂਦੇ ਸੀਗੇ, ਮੈਂ ਇਹਨਾਂ ਨੂੰ ਮਾਰ ਦਊਂਗਾ। ਫਿਰ ਤੂੰ ਚੰਗਾ ਬਣ ਜਾਏਗਾ। ਤੂੰ ਕਹੇਂਗਾ ਐਸ ਮੈਂ ਹੱਥ ਨਾਲ ਲਿਆ ਸੀ ਤੇ ਮੈਂ ਹੁਣ ਬਹੁਤ ਸ਼ਾਂਤੀ ਦੇ ਨਾਲ ਦੀ ਦੁੱਗਣਾ ਉਸੇ ਹੱਥ ਦੇ ਨਾਲ ਮੋੜ ਕੇ ਆਵਾਂ। ਇੰਨਾ ਬਹੁਤ ਸ਼ੁਕਰੀਆ ਕਿ ਮੇਰਾ ਟਾਈਮ ਸਾਰ ਦਿੱਤਾ, ਬਿਨਾਂ ਵਿਆਜ ਮੈਨੂੰ ਇੰਨਾ ਚਿਕਰ ਕਿਸੇ ਨੇ ਮੈਨੂੰ ਪੈਸਾ ਦੇ ਛੱਡਿਆ। ਫਿਰ ਤੇਰੇ ਅੰਦਰ ਇਹ ਬਿਰਤੀ ਚੱਲੂਗੀ ਤੇ ਫਿਰ ਤੂੰ ਨਰਕਾਂ ਤੋਂ ਛੁੱਟੇਂਗਾ, ਤੂੰ ਸੁਖੀ ਆਪਣੇ ਅੰਦਰੋਂ ਹੋਵੇਂਗਾ। ਹਾਲੇਲੂਇਆ। ਤੇਰੇ ਅੰਦਰ ਫਿਰ ਸੋਹਣੀ ਨੀਂਦ ਤੇ ਮਿੱਠੀ ਆਊਗੀ, ਹੈ ਨਾ। ਇੱਥੇ ਪਰਮੇਸ਼ਰ ਕਹਿੰਦਾ ਆ ਜਦੋਂ
ਮੁਬਾਰਕ ਹੋਵੋਗੇ ਤੁਸੀਂ ਆਪਣੇ ਜੋ ਆ ਤੁਹਾਡਿਆਂ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ, ਤੁਹਾਡੇ ਅੱਗੋਂ ਮਰਵਾ ਸੁੱਟੇਗਾ। ਭਾਵ ਕਿ ਇਹ ਸਾਡੇ ਅੰਦਰ ਫਿਰ ਵੈਰੀ ਕਿਸੇ ਦਾ ਧਨ ਖਾਣ ਵਾਲੇ ਨਹੀਂ ਹੋਣਗੇ, ਕਿਸੇ ਦੀ ਜ਼ਮੀਨ ਸਾਂਭਣ ਵਾਲੇ ਨਹੀਂ ਹੋਣਗੇ, ਕਿਸੇ ਦੀ ਕੋਠੀ ਤੇ ਕਬਜ਼ਾ ਕਰਨ ਵਾਲੇ ਨਹੀਂ ਵੈਰੀ ਸਾਡੇ ਅੰਦਰ ਹੋਣਗੇ। ਕਹਿਣਗੇ ਨਾ ਭਾਈ ਤੁਹਾਡੀ ਆ, ਇੰਨਾ ਸ਼ੁਕਰੀਆ, ਇੰਨਾ ਚਿਰ ਸਾਨੂੰ ਵਿੱਚ ਰਹਿਣ ਨੂੰ ਦਿੱਤਾ ਆ, ਤੇ ਇਸ ਦਾ ਬਹੁਤ ਧੰਨਵਾਦ ਕਰਦੇ, ਸ਼ੁਕਰ ਕਰਦੇ ਆ। ਹੋ ਸਕਦਾ ਉਹ ਚਾਅ ਨਾਲ ਕਹੇ ਵੀ ਤੁਸੀਂ ਇੰਨੇ ਨੇਕ ਆ ਤੇ ਇੱਕ ਕਮਰਾ ਫਿਰ ਵੀ ਲੈ ਹੀ ਛੱਡੋ। ਤੇ ਜਦੋਂ ਤੁਸੀਂ ਉਹਨੂੰ ਕਹੋਗੇ ਅਸੀਂ ਤੁਹਾਨੂੰ ਛੱਡਣੀ ਨਹੀਂ, ਇਹ ਤਾਂ ਸਾਡੀ ਹੋ ਗਈ, ਫਿਰ ਕੀ ਹੋਊਗਾ? ਫਿਰ ਉਹ ਕਹਿਣਗੇ ਨਿਕਲੋ ਇੱਥੋਂ ਬਾਹਰ। ਇੱਦਾਂ ਹੀ ਸਾਨੂੰ ਪਰਮੇਸ਼ਰ ਕਰੂਗਾ। ਓਕੇ, ਤੁਹਾਡੇ ਅੱਗੋਂ ਤੁਹਾਡੇ ਵੈਰੀ ਜਿਹੜੇ ਅੰਦਰ ਆ, ਸਾਡੇ ਅੰਦਰ ਦੇ ਵੈਰੀ, ਉਹਨਾਂ ਨੂੰ ਮਰਵਾ ਸੁੱਟੂਗਾ। ਕੀ ਕਿੱਦਾਂ ਮਰਵਾਊਗਾ? ਇੱਕ ਰਾਹ ਥਾਣੀ ਉਹ ਆਉਣਗੇ, ਪਰ ਸੱਤੀ ਰਾਹੀਂ ਹੋ ਕੇ ਤੁਹਾਡੇ ਅੱਗੋਂ ਨੱਠਣਗੇ। ਕਦੀ ਕਦੀ ਚੱਕਰ ਮਾਰਨਗੇ ਕਿ ਆ ਬੁਰਾ ਕੰਮ ਆ, ਕੀ ਹੋ ਗਿਆ, ਬਥੇਰੇ ਲੋਕੀ ਕਰੀ ਜਾਂਦੇ, ਤੂੰ ਵੀ ਕਿਸੇ ਦਾ ਇੰਨਾ ਮਾਰ ਲਿਆ ਤੇ ਫਿਰ ਕੀ ਹੋ ਚੱਲਿਆ? ਹਾਂ, ਤੂੰ ਵੀ ਨਾ ਛੱਡ ਕਬਜ਼ਾ, ਤੇਰੇ ਹੱਥ ਆਇਆ ਤੇਰੇ ਮਨ ਵਿੱਚ ਵੈਰੀ ਇੱਕ ਰਾਹ। ਪਰ ਜਦੋਂ ਤੇਰੇ ਅੰਦਰ ਬੈਠੇ ਆ ਨਾ ਸੱਤ ਸੰਤੋਖ ਧਰਮ ਧੀਜ ਅਕਲ ਮਤ ਬੁੱਧ, ਤੂੰ ਕਿਹਾ ਖਤਮ ਹੋ ਜਾ, ਨਿਕਲ ਜਾ ਇੱਥੋਂ, ਮੈਂ ਕਿਉਂ ਮਾਰਾਂ ਕਿਸੇ ਦਾ, ਨਿਕਲ ਇੱਥੋਂ। ਉਹਨੂੰ ਸੱਤੀ ਰਾਹੀਂ ਹੋ ਕੇ ਭੱਜਣਾ ਪਊਗਾ। ਇੱਕ ਰਾਹ ਥਾਣੀ ਆਊਗਾ ਵੈਰੀ, ਸੱਤੀ ਰਾਹੀਂ ਹੋ ਕੇ ਭੱਜ ਜਾਊਗਾ, ਮੁੜ ਕੇ ਤੈਨੂੰ ਮਾੜੀ ਮੱਤ ਨਹੀਂ ਦਊਗਾ। ਆਮੀਨ, ਹਾਲੇਲੂਇਆ। ਆਪਣੇ ਤੇ ਫਿਰ ਕੀ, ਉਸ ਇੱਕ ਰਾਹੀ ਥਾਣੀ ਆਉਣਗੇ, ਪਰ ਸੱਤੀ ਰਾਹੀਂ ਹੋ ਕੇ ਤੁਹਾਡੇ ਅੱਗੋਂ ਨੱਠਣਗੇ। ਜੋ ਆ ਤੁਹਾਡੇ ਲਈ ਅਸੀਸ ਦੀ ਆਗਿਆ ਤੁਹਾਡੇ ਮੋਦੀ ਖਾਨਿਆਂ ਵਿੱਚ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਦੇਵੇਗਾ, ਅਤੇ ਉਹ ਤੁਹਾਨੂੰ ਉਸ ਦੇਸ਼ ਵਿੱਚ ਅਸੀਸ ਦੇਵੇਗਾ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਦਿੰਦਾ ਹੈ। ਤਾਂ ਜਿਵੇਂ ਉਸਨੇ ਤੁਹਾਡੇ ਨਾਲ ਸਹੁੰ ਖਾਧੀ, ਯਹੋਵਾ ਤੁਹਾਨੂੰ ਆਪਣੇ ਲਈ ਇੱਕ ਪਵਿੱਤਰ ਪਰਜਾ ਕਰਕੇ ਕਾਇਮ ਕਰੇਗਾ, ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰੋ। ਆਮੀਨ। ਅਤੇ ਉਹਨਾਂ ਦੇ ਮਾਰਗਾਂ ਉੱਤੇ ਚੱਲੋ। ਆਮੀਨ। ਤਾਂ ਧਰਤੀ ਦੇ ਸਾਰੇ ਲੋਕ ਆਖਣਗੇ ਕਿ ਤੁਸੀਂ ਯਹੋਵਾ ਦੇ ਨਾਮ ਉੱਤੇ ਪੁਕਾਰੇ ਜਾਂਦੇ ਹੋ। ਆਮੀਨ। ਅਤੇ ਉਹ ਤੁਹਾਤੋਂ ਡਰਨਗੇ। ਆਮੀਨ। ਯਹੋਵਾ ਤੁਹਾਡੇ ਪਦਾਰਥਾਂ ਨੂੰ ਵਧਾਵੇਗਾ। ਆਮੀਨ। ਅਰਥਾਤ ਤੁਹਾਡੇ ਸਰੀਰਾਂ ਦਾ ਫਲ, ਤੁਹਾਡੇ ਚੌਣੇ ਦਾ ਫਲ, ਤੁਹਾਡੀ ਜ਼ਮੀਨ ਦਾ ਫਲ ਉਸ ਭੂਮੀ ਉੱਤੇ ਜਿਹਦੇ ਤੁਹਾਨੂੰ ਦੇਣ ਦੀ ਸਹੁੰ ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ। ਆਮੀਨ। ਐਬਰਾਹਿਮ ਨਾਲ ਖਾਧੀ ਸੀ, ਐਬਰਾਹਿਮ ਨਾਲ ਸਹੁੰ ਖਾਧੀ ਸੀ, ਤਾਂ ਉਹ ਸਾਡੇ ਉੱਤੇ ਪਰਮੇਸ਼ਰ ਦਊਗਾ ਬਰਕਤਾਂ, ਬਰਕਤਾਂ, ਬਰਕਤਾਂ। ਆਮੀਨ। ਯਹੋਵਾ ਤੁਹਾਡੇ ਲਈ ਆਪਣਾ ਚੰਗਾ ਆਕਾਸ਼ ਰੂਪੀ ਭੰਡਾਰ ਖੋਲੇਗਾ। ਆਮੀਨ। ਇਹ ਜਦੋਂ ਤੁਸੀਂ ਪੜ੍ਹਨਾ ਆ, ਇਹ ਸੱਜੇ ਹੱਥ ਨੂੰ ਚੱਕ ਕੇ ਰੱਖਣਾ ਹੈ, ਇਹ ਯਾਦ ਰੱਖਣਾ। ਇਹ ਸਾਰੀਆਂ ਆਸ਼ੀਰਵਾਦਾਂ ਆ ਰਹੀਆਂ ਹੈ। ਓਕੇ, ਤੁਹਾਡੇ ਲਈ ਆਪਣਾ ਚੰਗਾ ਆਕਾਸ਼ ਰੂਪੀ ਭੰਡਾਰ ਖੋਲੇਗਾ। ਯਹੋਵਾ ਭੰਡਾਰ ਖੋਲੇਗਾ, ਵੇਲੇ ਸਿਰ ਤੁਹਾਡੀ ਧਰਤੀ ਉੱਤੇ ਮੀਂਹ ਪਾਵੇ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਦੇ ਉੱਤੇ ਬਰਕਤ ਦੇਵੇ। ਆਮੀਨ। ਸੱਜਾ ਹੱਥ। ਆਮੀਨ। ਹਾਲੇਲੂਇਆ। ਕੰਮਾਂ ਉੱਤੇ ਬਰਕਤ ਦੇਵੇ। ਤੁਸੀਂ ਬਹੁਤੀਆਂ ਕੌਮਾਂ ਨੂੰ ਹਾਲੇਲੂਇਆ ਕਰਜ਼ਾ ਦੇਵੋਗੇ। ਆਮੀਨ। ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ਾ ਦੇਵੋਗੇ, ਪਰ ਆਪ ਕਰਜ਼ਾ ਨਹੀਂ ਲਓਗੇ। ਆਮੀਨ। ਯਹੋਵਾ ਤੁਹਾਨੂੰ ਸਿਰ ਠਹਿਰਾਵੇਗਾ, ਪੂਛ ਨਹੀਂ। ਤੁਸੀਂ ਪਰਛਾਵੇਂ ਦੇ ਪਿੱਛੇ ਨਹੀਂ ਭੱਜੋਗੇ, ਤੁਸੀਂ ਸੂਰਜ ਵੱਲ ਮੂੰਹ ਕਰਕੇ ਤੁਰੋਗੇ, ਪਰਛਾਵਾਂ ਤੁਹਾਡੇ ਪਿੱਛੇ ਆਊਗਾ। ਯਹੋਵਾ ਤੁਹਾਨੂੰ ਸਿਰ ਠਹਿਰਾਵੇਗਾ, ਪੂਛ ਨਹੀਂ। ਪਰ ਪੂਛ ਨਹੀਂ, ਤੁਸੀਂ ਉੱਤੇ ਹੀ ਰਹੋਗੇ ਪਰ ਹੇਠਾਂ ਨਹੀਂ। ਉਡਾਰੀਆਂ ਦੇ ਵਿੱਚ ਰਿੰਗੋਗੇ ਨਹੀਂ। ਹਾਲੇਲੂਇਆ। ਠੇਡੇ ਨਹੀਂ ਖਾਓਗੇ। ਆਮੀਨ। ਹਾਲੇਲੂਇਆ। ਅਤੇ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹੇਠਾਂ ਨਹੀਂ, ਤੁਸੀਂ ਪੂਛ ਨਹੀਂ, ਉੱਤੇ ਹੀ ਰਹੋਗੇ, ਹੇਠਾਂ ਨਹੀਂ। ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਨੂੰ ਸੁਣੋ। ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਨੂੰ ਸੁਣੋ, ਹੁਕਮਾਂ ਨੂੰ ਸੁਣੋ, ਹੁਕਮਾਂ ਨੂੰ। ਆਮੀਨ। ਯਹੋਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਨੂੰ ਸੁਣੋ, ਜਿਹੜੇ ਅੱਜ ਮੈਂ ਤੁਹਾਨੂੰ ਪਾਲਣਾ ਕਰਨ ਲਈ ਦਿੰਦਾ ਹਾਂ, ਅਤੇ ਤੁਸੀਂ ਉਹਨਾਂ ਗੱਲਾਂ ਤੋਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ, ਭਈ ਸੱਜੇ ਖੱਬੇ ਨਾ ਮੁੜੋ, ਭਈ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਜਾ ਕੇ ਉਹਨਾਂ ਦੀ ਪੂਜਾ ਕਰੋ। ਨਾ ਸੱਜੇ ਖੱਬੇ ਮੁੜੋ, ਨਾ ਕਿਸੇ ਦੀ ਪੂਜਾ ਕਰੋ, ਨਾ ਧਰਤੀ ਤੇ, ਨਾ ਆਕਾਸ਼ ਤੇ, ਨਾ ਜਲ ਤੇ, ਨਾ ਅਸਮਾਨ ਤੇ, ਨਾ ਪਾਣੀਆਂ 'ਚ, ਕਿਤੇ ਵੀ ਨਾ ਕਰੋ। ਮੈਂ ਤੁਹਾਡੇ, ਉਹ ਕਹਿੰਦਾ, ਅੰਦਰ ਬੈਠਾ ਆ, ਅੰਦਰ।
ਅੰਦਰ ਬੈਠਾ ਆ ਤੇ ਮਿੰਟ ਹੋ ਗਏ 24। ਆਪਾਂ ਇਸ ਵਿਵਸਥਾ ਸਾਰ ਦੇ ਵਿੱਚ ਹੁਣ ਇਹ ਇੱਥੇ ਤੱਕ ਤਕਰੀਬਨ ਆਮੀਨ ਆਮ ਪ੍ਰਭੂ ਦੇ ਦਾਸ ਕਹਿ ਜਾਂਦੇ ਸੀ ਬਸ ਇੱਥੇ ਆਮੀਨ ਕਰ ਦੋ ਤੇ ਬਸ ਇੱਥੇ ਹੀ ਸੱਜੇ ਖੱਬੇ ਹੱਥ ਦੀ ਤੇ ਹੁਣ ਪਛਾਣ ਪਰਮੇਸ਼ਰ ਨੇ ਹੁਣ ਦਿੱਤੀ ਹੈ ਨਾ ਕਿ ਕਿਆ ਬਾਤ ਹੋਈ, ਕਿਆ ਬਾਤ, ਆਨੰਦ ਤੇ ਖੇੜੇ। ਉਹ ਜਿਸ ਤਰ੍ਹਾਂ ਕਹਿੰਦਾ ਕਿ 40 ਵਰਿਆਂ ਦਾ ਹੋ ਗਿਆ ਆ, ਇੱਕ ਦਿਨ ਸੁੱਖ ਦਾ ਸਾਹ ਨਹੀਂ ਦੇਖਿਆ ਡੈਰਕ ਪ੍ਰਿੰਸ ਨੂੰ, ਤੇ ਕਹਿੰਦਾ ਵੀ ਆ ਇੱਕ ਹਫ਼ਤੇ ਵਿੱਚ ਮੇਰੇ ਦਿਨ ਬਦਲ ਗਏ ਜਿੱਦਣ ਦੀ ਮੈਂ ਇੱਦਾਂ ਪ੍ਰਾਰਥਨਾ ਸ਼ੁਰੂ ਕੀਤੀ ਆ। ਜਿੱਦਣ ਦੀ ਪ੍ਰਾਰਥਨਾ ਕਰਨ ਦੇ ਨਾਲ ਹੀ ਸਾਡੀਆਂ ਘਟਨਾਵਾਂ ਅੰਦਰ ਦੀਆਂ ਬਦਲਣੀਆਂ ਸ਼ੁਰੂ ਹੋ ਜਾਣਗੀਆਂ। ਸਾਡਾ ਨਹੀਂ ਵੀ ਮਨ ਮੰਨਦਾ ਤਾਂ ਵੀ ਅਸੀਂ ਕਰਨਾ ਸ਼ੁਰੂ ਕਰੀਏ ਤਾਂ ਮਨ ਸਾਡਾ ਆਪਣੇ ਆਪ ਅਧੀਨ ਹੋਣਾ ਉਹਦੇ ਸ਼ੁਰੂ ਹੋ ਜਾਊਗਾ ਪਰਮੇਸ਼ਰ ਦੇ। ਤੇ ਇਸ ਕਰਕੇ ਹੁਣ ਪਰਮੇਸ਼ਰ ਕਹਿੰਦਾ ਆ ਪਰ ਇਉਂ ਹੋਵੇਗਾ ਜੇ ਤੁਸੀਂ, ਇਹ ਜਿਹੜਾ ਬਾਅਦ ਚ ਪੜ੍ਹਿਆ ਆਪ ਕਿ ਇਹ ਵੀ ਪੜ੍ਹਾਂ ਭਲਾ ਦੇਖਾਂ ਪੂਰਾ ਕਰਾਂ, ਅੱਧਾ ਹੀ ਕਿਉਂ ਛੱਡਾਂ। ਦੇਖੋ, ਪਰ ਇਉਂ ਹੋਵੇਗਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਨਾ ਸੁਣੋ ਭਈ ਉਸ ਦੇ ਸਾਰੇ ਹੁਕਮਾਂ ਅਤੇ ਵਿਧੀਆਂ ਦੀ ਪਾਲਣਾ ਕਰੋ। ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਜਾ ਫੜਨਗੇ ਤੇ ਕੀ ਕਰਨਗੇ? ਸਰਾਫੀ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਸਰਾਫੀ ਹੋਵੋਗੇ ਤੁਸੀਂ ਖੇਤ ਵਿੱਚ। ਹੋ ਗਿਆ ਹੁਣ ਸਰਾਫੀ, ਜਦੋਂ ਨਹੀਂ ਮੰਨਿਆ, ਨਹੀਂ ਆਖੇ ਲੱਗੇ। ਖੇਤ ਵਿੱਚ ਸਰਾਫੀ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ, ਸਰਾਫੀ ਹੋਵੇਗਾ ਤੁਹਾਡੇ ਸਰੀਰ ਦਾ ਫਲ। ਤੁਹਾਡੇ ਬੱਚੇ ਆਖੇ ਨਹੀਂ ਲੱਗਣਗੇ, ਘਰੋਂ ਭੱਜ ਜਾਣਗੇ, ਸ਼ਰਾਬਾਂ 'ਚ ਲੱਗ ਜਾਣਗੇ, ਨਸ਼ਿਆਂ 'ਚ ਲੱਗ ਜਾਣਗੇ ਜੇ ਅਸੀਂ ਪਰਮੇਸ਼ਰ ਦੇ ਕਹੇ ਅਨੁਸਾਰ ਕੰਮ ਨਹੀਂ ਕੀਤੇ, ਜਿਹੜੇ ਪਰਮੇਸ਼ਰ ਪਿੱਛੇ ਕਹਿ ਕੇ ਗਿਆ ਆ, ਪਿਛਲੀ ਅਵਸਥਾ 'ਚ ਕਹਿ ਕੇ ਗਿਆ ਸਾਰਾ ਕੁਝ, ਹੈ ਨਾ। ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ। ਕੋਈ ਜ਼ਮੀਨ ਖੱਟੀ ਨਹੀਂ ਦਊਗੀ ਤੁਹਾਡੀ, ਗੜੇ ਪੈ ਜਾਣਗੇ, ਨੇਰੀ ਆ ਕੇ ਉੱਜੜ ਜਾਊਗੀ, ਥੋੜਾ ਬਹੁਤਾ ਮਾੜਾ ਮੋਟਾ ਮਤਲਬ ਖਾਣ ਨੂੰ ਮਿਲੂਗਾ, ਬਾਕੀ ਵੇਚਣ ਵਾਲਾ ਸਾਰਾ ਖਤਮ। ਤੁਹਾਡੇ ਚੌਣੇ ਦਾ ਵਾਧਾ, ਤੁਹਾਡੇ ਇੱਜੜ ਦੇ ਬੱਚੇ। ਸਰਾਫੀ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਅਤੇ ਸਰਾਫੀ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਦੇ ਵਿੱਚ। ਕਿਤੇ ਬਾਹਰ ਜਾਓਗੇ ਤਾਂ ਵੀ ਰੋਂਦੇ ਹੀ, ਨਾ ਜਾਈ ਬਰਮਾ ਨੂੰ ਤੇ ਤੇਰੇ ਕਰਮ ਜਾਣਗੇ ਨਾਲੇ ਹੀ। ਆ ਗਿਆ ਇੰਗਲੈਂਡ, ਆਣ ਗਿਆ ਅਮਰੀਕਾ, ਚਲੇ ਗਿਆ ਕੈਨੇਡਾ, ਪਰ ਉਹ ਹਾਲਤੀ ਮੰਦੀ ਹਾਲ ਆ, ਕਿਰਾਇਆ ਵੀ ਨਹੀਂ ਚੱਕ ਹੁੰਦਾ। ਕੀ ਕੀਤਾ ਜਾਵੇ? ਬਿਮਾਰੀ ਨੇ ਘੇਰ ਲਿਆ, ਕੀ ਕੀਤਾ ਜਾਵੇ? ਇਹ ਹਾਲ ਹੋਊਗੀ। ਉਹ ਕਹਿੰਦਾ ਅੰਦਰ ਆਉਣ ਲਈ ਤੇ ਬਾਹਰ ਜਾਣ ਲਈ ਵੀ ਸਰਾਫੀ ਹੋਵੋਗੇ। ਫਿਰ ਸਰਾਫੀ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਤੇ ਸਰਾਫੀ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ। ਜੋ ਤੁਹਾਡੇ ਸਾਰੇ ਹੱਥਾਂ ਦੇ ਕੰਮਾਂ ਉੱਤੇ ਤੁਹਾਡੀਆਂ ਕਰਤੂਤਾਂ ਦੀ ਬਰਿਆਈ ਦੇ ਕਾਰਨ, ਜਿਨ੍ਹਾਂ ਨਾਲ ਤੁਸਾਂ ਮੈਨੂੰ ਤਿਆਗ ਦਿੱਤਾ, ਤੁਹਾਡੇ ਉੱਤੇ ਸਰਾਪ, ਘਬਰਾਹਟ, ਝਿੜਕ ਪਾਵੇਗਾ। ਸੁਣ ਲਓ ਚੰਗੀ ਤਰ੍ਹਾਂ। ਜਦ ਤੀਕ ਤੁਸੀਂ ਬਰਬਾਦ ਹੋ ਕੇ ਛੇਤੀ ਨਾਸ ਨਾ ਹੋ ਜਾਓ, ਜੋ ਤੁਹਾਡੇ ਉੱਤੇ ਬਵਾ ਪਾਵੇਗਾ, ਜਦ ਤੀਕ ਉਹ ਤੁਹਾਨੂੰ ਉਸ ਜ਼ਮੀਨ ਉਤੋਂ ਮਿਟਾ ਨਾ ਦੇਵੇ। ਸੁਣ ਲਓ ਹੁਣ ਪਰਮੇਸ਼ਰ ਦੀਆਂ ਗੱਲਾਂ। ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ, ਜੋ ਤੁਹਾਨੂੰ ਤਪ ਤੇ ਤਾਪ, ਸੋਜ, ਮੋਕਰਾ ਤਾਪ, ਤੇਗ, ਸੋਕੜੇ ਅਤੇ ਉੱਲੀ ਨਾਲ ਮਾਰੇਗਾ। ਇੱਦਾਂ ਦੀਆਂ ਬਿਮਾਰੀਆਂ ਲੱਗਣਗੀਆਂ ਜਿਨ੍ਹਾਂ ਦਾ ਇਲਾਜ ਹੀ ਨਹੀਂ ਹੋਊਗਾ, ਕੋਈ ਦਵਾਈ ਨਹੀਂ ਕਾਟ ਕਰੂਗੀ। ਇਹਦੇ ਪਿੱਛੇ ਰੀਜ਼ਨ ਆ ਕੋਈ ਸਰਾਫਾਂ ਦਾ, ਉਹਨਾਂ ਤੋਂ ਛੁੱਟਣਾ ਆ। ਤੇ ਫਿਰ ਸਾਨੂੰ ਬੰਦੇ ਬਣ ਕੇ ਆਪਣੇ ਅੰਦਰ ਦੇ ਹਿਰਦੇ ਦੇ ਨਾਲ ਗੱਲ ਕਰਕੇ, ਜਿਹੜਾ ਸਾਡਾ ਅੰਦਰ ਬਣਾਉਣ ਵਾਲਾ, ਸਾਨੂੰ ਉਹਦੇ ਨਾਲ ਗੱਲ ਕਰਨੀ ਪੈਣੀ ਆ। ਸਾਨੂੰ ਸਮਝਣਾ ਪੈਣਾ ਕਿ ਪਰਮੇਸ਼ਰ ਦੇ ਪੁੱਤਰ ਨੇ ਸਾਡੇ ਰੋਗਾਂ ਨੂੰ, ਸਾਡੇ ਪਾਪਾਂ ਨੂੰ ਚੱਕਿਆ ਆ, ਜ਼ਰੂਰ ਚੱਕਿਆ ਆ। ਉਹ ਸਾਨੂੰ ਛੂਟ ਦਿੱਤੀ ਆ, ਸਾਨੂੰ ਸਮਝਾ ਦਿੱਤਾ ਆ, ਸਾਡਾ ਪਿਛੋਕੜ ਸਾਨੂੰ ਸਮਝਾ ਦਿੱਤਾ ਆ। ਅਸੀਂ ਕਿੱਥੋਂ ਦੇ ਰਾਹੀਂ ਆ, ਅਸੀਂ ਕਿੱਥੇ ਤੁਰ ਕੇ ਆਏ ਆ, ਕਿੱਥੇ ਫਸ ਗਏ ਆ, ਕੀ ਹੋਇਆ ਸਾਡੇ ਨਾਲ। ਤੇ ਤੁਹਾਨੂੰ ਕਹਿੰਦੇ ਸੋਕੜੇ ਤੇ ਉੱਲੀ ਨਾਲ ਮਾਰੇਗਾ। ਓਹ ਮਾਰੇਗਾ। ਉਹ ਤੁਹਾਡੇ ਪਿੱਛੇ ਲੱਗੀਆਂ ਰਹਿਣਗੀਆਂ ਜਦ ਤੀਕ ਤੁਸੀਂ ਨਾਸ ਨਾ ਹੋ ਜਾਓ। ਜਦ ਤੱਕ ਮਰਦੇ ਨਹੀਂ ਲੱਗੀਆਂ ਰਹਿਣਗੀਆਂ। ਤੇ ਅੱਗੇ ਕੀ ਹੋਊਗਾ? ਅੱਗੇ ਵੀ ਨਰਕ, ਸਦਾ ਲਈ ਰੋਣਾ ਤੇ ਕਚੀਚੀਆਂ ਵੱਟਣਾ।
ਅਤੇ ਤੁਹਾਡਾ ਆਕਾਸ਼ ਜਿਹੜਾ ਤੁਹਾਡੇ ਸਿਰ ਉੱਤੇ ਹੈ ਪਿੱਤਲ ਦਾ ਹੋ ਜਾਵੇਗਾ ਅਤੇ ਧਰਤੀ ਜਿਹੜੀ ਤੁਹਾਡੇ ਹੇਠ ਹੈ ਲੋਹੇ ਦੀ ਹੋ ਜਾਵੇਗੀ। ਹਾਲੇਲੂਇਆ। ਅਸੀਂ ਬਚਣਾ ਆ। ਜੋ ਉਹ ਤੁਹਾਡੀ ਧਰਤੀ ਦੀ ਵਰਖਾ ਨੂੰ ਘੱਟਾ ਅਤੇ ਧੂੜ ਬਣਾ ਦੇਵੇਗਾ, ਉਹ ਆਕਾਸ਼ ਤੋਂ ਉਹ ਇਹ ਤੁਹਾਡੇ ਉੱਤੇ ਪਾਵੇਗਾ ਜਦ ਤੱਕ ਤੁਸੀਂ ਮਿਟ ਨਾ ਜਾਓ। ਜੋ ਉਹ ਤੁਹਾਨੂੰ ਤੁਹਾਡੇ ਵੈਰੀਆਂ ਦੇ ਅੱਗੇ ਮਰਵਾ ਸੁੱਟੇਗਾ। ਤੁਸੀਂ ਇੱਕ ਰਾਹ ਥਾਣੀ ਉਹਨਾਂ ਦੇ ਵਿਰੁੱਧ ਜਾਓਗੇ, ਪਰ 37 ਰਾਹੀਂ ਹੋ ਕੇ ਉਹਨਾਂ ਦੇ ਅੱਗੋਂ ਨੱਠੋਗੇ। ਇਹ ਹਾਲ ਹੋਊਗਾ। ਭੱਜ ਲਓ ਜਿੱਧਰ ਮਰਜੀ ਭੱਜਣਾ। ਪਰਮੇਸ਼ਰ ਦੀ ਦਇਆ ਨਹੀਂ ਨਾ ਸਾਡੇ ਉੱਤੇ, ਤੇ ਸਾਡੇ ਵੈਰੀਆਂ ਤੋਂ ਸਾਨੂੰ ਮਰਵਾਵੇਗਾ। ਸਾਡੇ ਵੈਰੀ ਕਿਹੜੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੈਰੀ ਆ। ਸਾਨੂੰ ਲੱਗਦੇ ਸਾਡੇ ਵਿੱਚ ਹੈ ਨਹੀਂਗੇ। ਇਹ ਸਾਡੀ ਗਲਤ ਸੋਚਣੀ ਆ। ਸਾਡੇ ਵਿੱਚ ਕਿਸੇ ਕੋਨਿਆਂ ਦੇ ਵਿੱਚ ਬੈਠੇ ਆ। ਹੋ ਸਕਦਾ ਅਸੀਂ ਦੁਨਿਆਵੀ ਦਿਖਾਵੇ ਵਿੱਚ ਬਹੁਤ ਕੁਝ ਕੀਤਾ ਆ, ਸਾਨੂੰ ਉਹ ਸਾਡੇ ਤੇ ਪਰਬਲ ਕਰੀ ਜਾਂਦੇ, ਸਾਡੇ ਮੋਹਰੇ ਲੈ ਕੇ। ਅਸੀਂ ਤਾਂ ਕਦੀ ਕਿਸੇ ਦਾ ਬੁਰਾ ਕੀਤਾ ਹੀ ਨਹੀਂ। ਸਾਡੇ ਮੋਹਰੇ ਉਹ ਪਰਬਲ ਕਰਦੇ, ਪਰ ਸਾਡੇ ਪਿਛੋਕੜ ਵਿੱਚ ਜਿਹੜਾ ਹੈ ਨਾ ਕੋਈ ਜ਼ਹਿਰੀਲੇ ਜਰਮ ਪਏ ਆ, ਜਿਹੜੇ ਅਸੀਂ ਆਗਿਆਕਾਰੀ ਪਰਮੇਸ਼ਰ ਦੀ ਨਹੀਂ ਕਰ ਰਹੇ। ਤਾਂ ਸਾਡੇ ਨਾਲ ਜਾਂ ਸਾਡੇ ਵੱਡੇ ਵਡੇਰਿਆਂ ਦੇ ਸਰਾਪ ਸਾਡੇ ਉੱਤੇ ਆ ਗਏ ਆ। ਅਸੀਂ ਉਹਨਾਂ ਨੂੰ ਨਹੀਂ ਕਟਾ ਰਹੇ, ਨਹੀਂ ਕੱਟ ਰਹੇ, ਨਹੀਂ ਕੱਟਣ ਵਾਲੇ ਜਿਹੜਾ ਕੱਟਣ ਨੂੰ ਤੁਹਾਨੂੰ ਕੋਈ ਮੈਸੇਂਜਰ ਸੁਨੇਹਾ ਦਿੰਦਾ ਆ ਪਰਮੇਸ਼ਰ ਦੀ ਬਾਣੀ ਦਾ, ਉਹ ਸੁਨੇਹਾ ਵੀ ਸੁਣਨ ਨੂੰ ਤਿਆਰ ਨਹੀਂ ਹੋ ਰਹੇ। ਇੰਨੀ ਬੁੱਧੀ ਮਾਰੀ ਗਈ ਆ ਕਿ ਸਮਝ ਨਹੀਂ ਲੱਗਦੀ। ਇਹ ਬਾਕੀ ਤੁਸੀਂ ਸਾਰਾ ਪੜ੍ਹ ਸਕਦੇ ਆ, ਕਿਉਂਕਿ ਹੁਣ ਫਿਰ ਅੱਧਾ ਘੰਟਾ ਹੋ ਗਿਆ। ਇਹ ਆਪਣੇ ਮੈਨੂੰ ਲੱਗਦਾ 7 ਲੈਸਨ ਹੋ ਗਏ ਆ ਹੁਣ, 7 ਲੈਸਨ। ਤੇ ਆਪਾਂ ਗਾਂ ਫਿਰ ਆਪਾਂ ਸੱਜੇ ਖੱਬੇ ਹੱਥ ਨੂੰ ਚਲਾਵਾਂਗੇ। ਇਹ ਥੱਲੇ ਚੱਲੀ ਜਾਊਗਾ, ਸੈਸ਼ਨ ਚੱਲੀ ਜਾਊਗਾ। 7 ਸੈਸ਼ਨ ਹੋ ਗਏ ਆ ਹੁਣ। ਤਾਂ ਮੈਨੂੰ ਲੱਗਦਾ ਕਿ ਇਹਨਾਂ ਸੈਸ਼ਨਾਂ ਤੋਂ ਅਸੀਂ ਬਹੁਤ ਅੱਜ ਦਰਬ ਜਾਵਾਂਗੇ, ਸਮਝ ਜਾਵਾਂਗੇ, ਤੇ ਆਪਣੇ ਘਰਾਂ ਦੇ ਸਿਲਸਿਲੇ ਨੂੰ ਇੱਦਾਂ ਚੁਟਕੀਆਂ ਦੇ ਨਾਲ ਅਸੀਂ ਬਦਲ ਲਵਾਂਗੇ, ਜੇ ਅਸੀਂ ਕਰਨਾ ਚਾਹੀਏ ਤਾਂ। ਇਹ ਸਾਡਾ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਅਸੀਂ ਆਪਣੇ ਅੰਦਰ ਹੁਣ ਖੋਜ ਕਰਨੀ, ਪਰਮੇਸ਼ਰ ਤੋਂ ਆਖੀ ਲੱਗਣਾ, ਇਹਨਾਂ ਗੱਲਾਂ ਦੇ ਉੱਤੇ ਅਸੀਂ ਧਿਆਨ ਦੇਣਾ ਤੇ ਚੱਲਣਾ। ਇਹੀ ਬੇਨਤੀ ਹੈ ਇਸ ਬੱਚੀ ਦੀ, ਇਸ ਭੈਣ ਦੀ, ਇਹ ਸਰੀਰ ਦੀ। ਇਹ ਪਰਮੇਸ਼ਰ ਦਾ ਸਰੀਰ ਆ ਤੇ ਪਰਮੇਸ਼ਰ ਨੇ ਬਚਨਿਆ ਇਹਨਾਂ ਨੂੰ ਮੰਨ ਲਿਓ। ਜਿਹੜੇ ਵੀ ਪ੍ਰਾਣੀ ਭੈਣ ਭਰਾ ਜਿਹੜੇ ਵੀ ਇਹਨੂੰ ਮੰਨ ਲੈਣਗੀਆਂ, ਪਰਮੇਸ਼ਰ ਦੀਆਂ ਆਤਮਾਵਾਂ ਤੇ ਰੂਹਾਂ ਇਹਨਾਂ ਨੂੰ ਸਮਝ ਜਾਣਗੀਆਂ ਸੱਚਾਈ ਨੂੰ, ਉਹਨਾਂ ਦੇ ਘਰ ਦੇ ਵਿੱਚ ਇੰਨੀਆਂ ਬਰਕਤਾਂ। ਤੇ ਜਿਹਨਾਂ ਨਹੀਂ ਵੀ ਸਮਝ ਲੱਗਦੀ ਉਹ ਵੀ ਸੁਣ ਲੈਣਗੇ ਤੇ ਉਹਨਾਂ ਦੇ ਵੀ ਚੰਗਿਆਈ ਆਉਣੀ ਸ਼ੁਰੂ ਹੋ ਜਾਊਗੀ। ਪਰ ਜਿਹੜੇ ਮੰਨ ਲੈਣਗੇ ਨਾ, ਉੱਥੇ ਤਾਂ ਅੰਬਾਰ ਲੱਗ ਜਾਣਗੇ, ਖੁਸ਼ੀਆਂ ਦੇ ਅੰਬਾਰ ਲੱਗ ਜਾਣਗੇ। ਹਾਲੇਲੂਇਆ। ਹੇ ਪਰਮੇਸ਼ਰ, ਇੱਕ ਇੱਕ ਤੇਰਾ ਬਚਨ ਹਰ ਪਰਿਵਾਰ ਜਿਹੜਾ ਜੀ ਸੁਣੇ। ਇਹ ਅਣਿਆਲੇ ਤੇਰੇ ਤੀਰ ਆ ਤੇ ਅਣਿਆਲੇ ਤੀਰਾਂ ਤਰ੍ਹਾਂ ਉੱਥੇ ਲੱਗ ਜਾਵੇ। ਇਹ ਤੇਰੀ ਮਹਾਨ ਠੰਡੀ ਅੱਗ ਆ ਤੇ ਵੈਰੀ ਉੱਤੇ ਪੈ ਜਾਂਦੀ ਤੇ ਵੈਰੀ ਨੂੰ ਤਪਦੀ ਅੱਗ ਬਣ ਕੇ ਸਾੜ ਸੁੱਟਦੀ ਆ। ਤੇ ਸਾਨੂੰ ਇਹ ਅੱਗ ਤੇਰੀ ਹਵਾ ਦੇ ਬੁੱਲੇ, ਜਿਵੇਂ ਸ਼ਦਰਕ ਮਿਸ਼ਕ ਅਬਦਨਗੋ ਦੇ ਬਣਾਏ ਸੀ ਸਾਡੇ ਲਈ, ਇਸੇ ਅੱਗ ਨੂੰ ਤੂੰ ਹਵਾ ਦੇ ਬੁੱਲੇ ਬਣਾ ਦਿੰਦਾ ਆ। ਇਹ ਪਰਮੇਸ਼ਰ ਸਾਡੇ ਸਭ ਦੇ ਉੱਤੇ ਮਿਹਰ ਕਰੀ, ਦਇਆ ਕਰੀ, ਸਾਡੇ ਪੜ੍ਹਨ ਵਾਲਿਆਂ ਤੇ ਵੀ ਤੇ ਸੁਣਨ ਵਾਲਿਆਂ ਤੇ ਵੀ, ਸਭ ਦੇ ਉੱਤੇ ਦਇਆ ਕਰੀ ਪਰਮੇਸ਼ਰ। ਇਹ ਤੇਰੇ ਬਚਨਿਆਂ, ਤੇਰੇ ਹੀਰੇ ਆ, ਤੇਰੇ ਮੋਤੀ ਆ, ਤੇਰੇ ਜਵਾਹਰ ਰਾਤ ਆ। ਅਸੀਂ ਇਹਨਾਂ ਨੂੰ ਆਪਣੇ ਅੰਦਰ ਸੂਰਾਂ ਅੱਗੇ ਤੇ ਕੁੱਤਿਆਂ ਅੱਗੇ ਨਾ ਸਟੀਏ। ਅਸੀਂ ਇਹਨਾਂ ਨੂੰ ਆਪਣੇ ਅੰਦਰ ਸਤ ਸੰਤੋਖ ਧਰਮ ਦੀ ਕਲਮਤ ਬੁੱਧ ਦੇ ਅੱਗੇ ਇਹਨਾਂ ਹੀਰੇ ਮੋਤੀਆਂ ਦੇ ਥਾਲ ਸਵਾਰ ਕੇ ਲੈ ਕੇ ਜਾਈਏ, ਤਾਂ ਕਿ ਸਾਨੂੰ ਪਰਮੇਸ਼ਰ ਤੁਸੀਂ ਆਪਣੀ ਦਰਗਾਹ 'ਚੋਂ ਹੋਰ ਵੰਡਣ ਲਈ ਦੇਵੋ। ਦਇਆ ਕਰੋ, ਮਿਹਰ ਕਰੋ। ਤੁਸੀਂ ਕੀਤੀ ਆ, ਸ਼ੁਕਰ ਕਰਦੇ ਆ। ਕਰੋੜਾਂ ਕਰੋੜ ਜੀਵਾਂ ਜਿਹੜੀਆਂ ਇੱਕ ਇੱਕ ਜੀਵ ਨੂੰ ਤੇ ਇੱਕ ਇੱਕ ਰੋਮ ਨੂੰ ਕਰੋੜਾਂ ਜੀਵਾਂ ਲਾ ਦੇ, ਤੇਰਾ ਧੰਨਵਾਦ ਕਰਦੀਆਂ ਪਰਮੇਸ਼ਰ ਜੀ। ਨਾ ਥੱਕਣ ਤੇ ਨਾ ਆਕਣ। ਇਹ ਸਾਰੇ ਬਚਨ ਸਰੋਤਿਆਂ ਦੇ ਅੰਦਰ ਘਰ ਘਰ ਜਾਣ। ਜਿਹੜਾ ਬਚਨ ਸੁਣੇ, ਹਾਲੇਲੂਇਆ, ਉਹਦਾ ਘਰ ਸ਼ਾਂਤੀ ਨਾਲ, ਉਹਦਾ ਘਰ ਤੰਦਰੁਸਤੀ ਦੇ ਨਾਲ, ਬਰਕਤਾਂ ਦੇ ਨਾਲ ਭਰ ਜਾਵੇ। ਤੰਦਰੁਸਤੀ ਨਾਲ, ਬਰਕਤਾਂ ਨਾਲ, ਹਾਲੇਲੂਇਆ, ਬਿਮਾਰੀਆਂ ਤੋਂ ਰਹਿਤ ਹੋ ਜਾਵੇ। ਕਲਾ ਕਲੇਸ਼ ਉਹਦੇ ਘਰ ਵਿੱਚੋਂ ਨਿਕਲ ਜਾਵੇ। ਉਹਦੇ ਘਰ ਵਿੱਚ ਖੁਸ਼ੀਆਂ ਦੇ ਖੇੜੇ ਖੁੱਲ ਜਾਣ। ਸਵਰਗਾਂ ਦੀਆਂ ਖਿੜਕੀਆਂ ਮੇਰਾ ਪਰਮੇਸ਼ਰ ਖੋਲ ਕੇ ਉਹਨੂੰ ਭੰਡਾਰ ਦੇਵੇ। ਮੇਰਾ ਪਰਮੇਸ਼ਰ ਉਹਦੇ ਘਰ ਚੋਂ ਸਾਰੀ ਜਿੰਨੀ ਬਿਮਾਰੀ, ਜਿੰਨੀ ਕੀਤੇ ਕਰਾਏ ਖਾਦੇ ਖਲਾਏ, ਜਾਦੂ ਟੂਣੇ, ਮੜੀ ਮਸਾਣੀ, ਧਾਗੇ ਤਵੀਰ, ਜੰਤਰ ਮੰਤਰ ਤੰਤਰ, ਕਿਸੇ ਕਿਸਮ ਦੀ ਘਰ 'ਚ ਤੰਗੀ ਹੋਵੇ, ਹਰ ਤਰ੍ਹਾਂ ਦੀ ਤੰਗੀ ਉਹਦੀ ਖਤਮ ਹੋ ਜਾਵੇ ਤੇ ਉਹਨੂੰ ਸਮਝ ਆ ਜਾਵੇ ਕਿ ਪਰਮੇਸ਼ਰ ਦਾ ਬਚਨ ਸਾਨੂੰ ਕੀ ਕਹਿੰਦਾ
ਕਹਿੰਦਾ ਆ ਪਰਮੇਸ਼ਰ ਯਸੂ ਨਾਸਰੀ ਪਿਤਾ ਪਵਿੱਤਰ ਆਤਮਾ ਦੀ ਅੱਗ ਪਵੇ ਤੇ ਸਾਰੀ ਸਾਡੀ ਬਿਪਤਾ ਨੂੰ ਸਾੜੇ ਤੇ ਸਾਡੇ ਉੱਤੇ ਸਵਰਗਾਂ ਦੀਆਂ ਖਿੜਕੀਆਂ ਖੁੱਲ ਜਾਣ। ਮਤੀ 18:18 ਦੇ ਅਨੁਸਾਰ ਬਰਕਤਾਂ, ਤੰਦਰੁਸਤੀ, ਅਕਲ, ਮਤ, ਬੁੱਧ ਸਾਡੇ ਤੇ ਸ਼ਾਂਤੀ ਭਰਪੂਰ ਤੇ ਤੰਦਰੁਸਤੀ ਭਰਪੂਰ ਹੋਵੇ। ਮੇਰੇ ਪਰਮੇਸ਼ਰ ਅਸੀਂ ਤੇਰੇ ਬਚਨ ਨੂੰ ਵੰਡੀਏ, ਦਵਾਈ ਦੇ ਦੇ ਕੇ ਵੰਡੀਏ ਤੇ ਇਹਨੂੰ ਖਾਈਏ। ਮੇਰੇ ਪਰਮੇਸ਼ਰ ਤੇਰਾ ਮਿੱਠਾ ਤੇ ਪਿਆਰਾ ਭੋਜਨ ਸਭ ਨੂੰ ਸਾਨੂੰ ਇੰਨਾ ਪਿਆਰਾ ਲੱਗੇ ਅਸੀਂ ਇਹਨੂੰ ਖਾਂਦੇ ਰਜੀਏ ਨਾ, ਅਸੀਂ ਖਾਈ ਜਾਈਏ, ਅਸੀਂ ਖਾਈ ਜਾਈਏ। ਇਹ ਪਰਮੇਸ਼ਰ ਸਾਡੀ ਜੀਭ ਇੱਕ ਨਹੀਂ ਕਰੋੜਾਂ ਜੀਭਾਂ ਰੋਮ ਰੋਮ ਨੂੰ ਲਾ ਤੇ ਅਸੀਂ ਧੰਨਵਾਦ ਕਰਦੇ ਨਾ ਥੱਕੀਏ ਨਾ ਕੀਏ। ਮੇਰੇ ਪਰਮੇਸ਼ਰ ਦਇਆ ਕੀਤੀ, ਤੁਸੀਂ ਮਿਹਰ ਕੀਤੀ ਆ, ਤੁਹਾਡਾ ਲੱਖ ਲੱਖ ਸ਼ੁਕਰ ਕਰਦੇ ਨਾ ਬਚਨਾਂ ਦੁਆਰਾ। ਇਹ ਤੁਸੀਂ ਬਚਨ ਸਭ ਨੂੰ ਵੰਡੇ ਆ ਤੇ ਲੱਖ ਲੱਖ ਮੈਂ ਸ਼ੁਕਰ ਕਰਦਾ ਹੈ। ਤੇਰਾ ਜੀਵ, ਇਹ ਤੇਰੀ ਆਤਮਾ ਲੱਖ ਲੱਖ ਸ਼ੁਕਰ ਕਰਦੀ ਆ ਇਹਨਾਂ ਬਚਨਾਂ ਦੁਆਰਾ। ਇਹ ਬਚਨ ਤੁਸੀਂ ਵੰਡੇ ਆ, ਤੁਹਾਡੇ ਆ ਤੇ ਮੇਰੇ ਪਰਮੇਸ਼ਰ ਜੀ ਤੁਹਾਡਾ ਸ਼ੁਕਰ ਤੇ ਧੰਨਵਾਦ ਕਰਦੇ ਹਾਂ ਦੂਤਾਂ ਦਾ ਜਿਨ੍ਹਾਂ ਨੂੰ ਤੁਸੀਂ ਭੇਜਿਆ ਤੇ ਸੋਹਣੇ ਬਚਨ ਜਿਹੜੇ ਵੰਡਣ ਨੂੰ ਦਿੱਤੇ। ਮੇਰੇ ਪਰਮੇਸ਼ਰ ਤੁਸੀਂ ਬਿਰਾਜਮਾਨ ਹੋ ਕੇ ਆਪਣੇ ਪਲੰਗ ਦੇ ਉੱਤੇ ਸੁਣਿਆ। ਹੇ ਮੇਰੇ ਪਰਮੇਸ਼ਰ ਹੋਈਆਂ ਭੁੱਲਾਂ ਦੀ ਸਰਬੱਤ ਕੋਲੋਂ ਜਿਹੜੀਆਂ ਤੇਰੀਆਂ ਰੂਹਾਂ ਆ, ਭਿੱਜੀਆਂ ਹੋਈਆਂ ਰੂਹਾਂ ਸੁਣਨ ਵਾਲੇ ਸਰੋਤੇ ਵੀ ਆ, ਉਹਨਾਂ ਕੋਲੋਂ ਵੀ ਤੇ ਮੇਰੇ ਪਰਮੇਸ਼ਰ ਤੇਰੇ ਕੋਲੋਂ ਮਾਫੀ ਹਰ ਵੇਲੇ ਮੰਗਣੀ ਆ। ਉਹਨਾਂ ਕੋਲੋਂ ਵੀ ਮਾਫੀ ਇਹ ਸਰੀਰ ਮੰਗਦਾ ਆ। ਜਾਣ ਬੁੱਝ ਕੇ ਕੁਛ ਬੋਲਿਆ ਨਹੀਂ, ਭੁੱਲ ਭੁਲੇਖ ਬੁਲਾਰਾ ਆ, ਕੋਈ ਗੱਲ ਗਲਤ ਨਿਕਲੇ ਤੇ ਉਹਨੂੰ ਗੱਲ ਨੂੰ ਇਗਨੋਰ ਕਰ ਦੇਣਾ ਤੇ ਉਹਨੂੰ ਚੰਗੀ ਬਣਾ ਕੇ ਆਪਣੇ ਹਿਰਦੇ 'ਚ ਫਿੱਟ ਕਰ ਲੈਣਾ। ਤੇ ਇਹ ਗੱਲਾਂ ਸਾਰੀਆਂ ਪਰਮੇਸ਼ਰ ਦੀਆਂ, ਇਹਨਾਂ ਨੂੰ ਅਜਮਾ ਕੇ ਦੇਖੋ ਤੇ ਦੇਖੋ ਕਿੰਨੇ ਸੁਖੀ ਹੋ ਜਾਵਾਂਗੇ। ਤੇ ਫਿਰ ਇਹ ਪਰਮੇਸ਼ਰ ਦੀਆਂ ਗੱਲਾਂ ਬੋਲਣ ਵਾਲੇ ਨੂੰ ਵੀ ਤੇ ਇਹ ਗੱਲਾਂ ਨੂੰ ਵੀ ਅਸੀਂ ਆਪਣੇ ਹਿਰਦੇ ਵਿੱਚ ਰੱਖਾਂਗੇ ਤੇ ਬੁਲਾਰਾ ਜਿਹੜਾ ਬੁਲਾਇਆ ਜਿਹਦੇ ਥਰੂ ਉਹਨੂੰ ਵੀ ਅਸੀਂ ਬੁਰਾ ਨਹੀਂ ਕਹਾਂਗੇ, ਅਸੀਂ ਉਹਨੂੰ ਵੀ ਜ਼ਰੂਰ ਉਹਦਾ ਵੀ ਅਸੀਂ ਅਰਦਾਸ ਕਰਾਂਗੇ ਭਈ ਇਹ ਪਰਮੇਸ਼ਰ ਇਸ ਬੁਲਾਰੇ ਨੂੰ ਹੋਰ ਦੇ। ਧੰਨਵਾਦ ਕਰਦੀ ਹਾਂ। ਇਹ ਮੇਰੀ ਅਰਦਾਸ ਆ ਕਿ ਪਰਮੇਸ਼ਰ ਇਹਨਾਂ ਡੂੰਘੀਆਂ ਚੂਬੀਆਂ ਵਿੱਚ ਲੈ ਕੇ ਜਾਵੇ। ਜਿੱਦਾਂ ਜਰਮਾਇਆ ਦੀ 33:3 'ਚ ਕਹਿੰਦਾ ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦੇਵਾਂਗਾ, ਗੁੱਝੇ ਭੇਦਾਂ ਨੂੰ ਤੇ ਔਖੀਆਂ ਗੱਲਾਂ ਨੂੰ ਮੈਂ ਤੇਰੇ ਵਿੱਚ ਖੋਲਾਂਗਾ, ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ ਮੈਂ ਦੇਵਾਂਗਾ। ਤੇ ਉਹ ਦੇ ਰਿਹਾ ਹੈ। ਮੈਂ ਧੰਨਵਾਦ ਕਰਦੀ, ਸ਼ੁਕਰ ਕਰਦੀ ਯਸੂ ਨਾਸਰੀ ਦੇ ਨਾਮ 'ਚ। हे पिता तेरा प्यारा पुत्र इकलौता बेटा यसू नासरी, हे यहोवा पिता पुत्र ते पवित्र आत्मा तेरा धन्नवाद करते हैं। हालेलुया। साडा मुक्तिदाता, साडा जीवन दाता, साडा आधार करता यसू नासरी दे नाम 'ਚ ਅਸੀਂ ਮੰਗਿਆ ਤੇ ਸਾਰਾ ਕੁਝ ਪਾ ਲਿਆ। आमीन आमीन।